अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज हम आपको जुल्म की एक ऐसी दास्तान सुनाएंगे कि जालिम और पेशावर मंशियात फरोश एक मासूम आदमी पर चोरी का इल्ज़ाम लगाते हैं कि तूने हमारी भैंसें चोरी की हैं। वो मासूम आदमी ना चोरी करता है, ना ही चोर के साथ उसका कोई ताल्लुक़ होता है, लेकिन जालिम उस पर इस कदर तशद्दुद करते हैं, इस कदर उसे तशद्दुद का निशाना बनाते हैं कि वो अपनी ज़िंदगी की बाजी हार जाता है। CIA लाहौर पुलिस उस मुलजिम को गिरफ़्तार करती है, उन मुलजमान को पकड़ लेती है। और ये तमाम दास्तान कैसे सामने आती है, कैसे पता चलता है कि वाक़या हुआ क्या, ये सब कुछ आपको दिखाएंगे आज के इस प्रोग्राम में। ਉਹ ਸਾਡੇ ਨਾਲ ਆਇਆ ਸਾਰਾ ਅਸੀਂ 3-4 ਜਣੇ ਨਾਲ ਆਏ ਹਾਂ। ਹਵੇਲੀ ਚੋਂ ਬਾਹਰ ਜਾ ਕੇ ਉਹਨੂੰ ਪੁੱਛਿਆ ਦੱਸਿਆ, ਉਹਨੂੰ ਬੰਨ ਕੇ ਕੋਈ ਸੋਟੀਆਂ ਵੀ 2-4 ਮਾਰੀਆਂ, ਮਾਰ ਕੇ ਤੇ ਲੈ ਆਏ ਆ। ਮਾਰਦਾ ਤੂੰ ਰਿਹਾ ਤੇ ਇਹ ਮਾਰਦਾ ਰਿਹਾ? ਨਹੀਂ ਸਰ, ਇਹ ਨਹੀਂ ਮਾਰਦਾ ਰਿਹਾ। 10 ਕੁ ਸੋਟੀਆਂ ਉਹਨੂੰ ਮਾਰੀਆਂ, ਉਹਨੂੰ ਮੰਨ ਗਿਆ। ਤੇ ਉਹ ਸੋਟੀ ਕਿ ਡੰਡਾ ਸੀ? ਡੰਡਾ ਸੀ। ਕਹਿੰਦਾ ਕੀ ਸੀ ਉਹ ਕਿ ਮੈਂ ਇੰਨੀ ਮਾਰ ਖਾ ਕੇ ਵੀ ਉਹ ਦੱਸਦਾ ਨਹੀਂ ਸੀ ਕਿ ਮੈਂ ਚੋਰੀ ਸਰ ਉਹਨੇ ਕੀਤੀ? ਦੱਸਿਆ, ਮੈਂ ਤੁਹਾਨੂੰ ਦੱਸਿਆ, ਉਹਨੇ ਦੱਸਿਆ ਵੀ ਜਿਹਦਾ ਉਹਨੇ ਨਾਂ ਲਿਆ ਉਹਦੇ ਨਾਲ ਤੁਸੀਂ ਨਹੀਂ ਰਾਬਤਾ ਕੀਤਾ? ਸਰ ਉਸ ਤੋਂ ਬਾਅਦ ਸਾਨੂੰ ਆਪਣੀ ਪੈ ਗਈ। ਇਹੀ ਆਪਣੀ ਪੈ ਗਈ। ਤੇ ਮੱਝਾਂ ਕਿੰਨੇ ਦੀਆਂ ਸਨ? ਇੱਕ ਗਾਂ ਤੇ ਮੱਝ ਕਿੰਨੀ ਮਾਲੀਅਤ ਸੀ? 5-6 ਲੱਖ ਦੀਆਂ। ਉਹ 5-6 ਲੱਖ ਦੀ ਬੰਦੇ ਦੀ ਜਾਨ ਸਰ ਚਲੀ ਅਸੀਂ ਤੇ ਮਾਫੀ ਮੰਗ। ਪਾਣੀ ਜਦੋਂ ਪਿਆਂਦਾ ਰਿਹਾ ਤੇ ਉਹ ਕਿਸ ਤਰ੍ਹਾਂ ਦੀ ਉਹਦੀ ਹਾਲਤ ਸੀ? ਉਦੋਂ ਹਾਲਤ ਹੁੰਦੀ ਬਿਲਕੁਲ ਸਹੀ ਸੀ। ਉਦੋਂ ਹਾਲਤ ਸਹੀ ਸੀ? ਤੇ ਫਿਰ ਕੀ ਹੋਇਆ? ਕਿਸ ਵਜ੍ਹਾ ਤੋਂ ਮਰ ਗਿਆ ਉਹ? ਹੁੰਦੀ ਆਈ ਸੀ ਖਰੇ ਇਹਨਾਂ ਦੇ ਤੋਂ। ਆਈ ਇਹਨਾਂ ਦੇ ਹੱਥੋਂ ਸੀ? ਅਸੀਂ ਤੇ ਬਸ ਗਲਤੀ ਹੋਈ ਸਿਰਫ ਭਾਈ ਜਰਾ ਦੇ ਨਾਲ ਗੱਡੀ 'ਚ ਬੈ ਕੇ ਤੇ ਉਹਨਾਂ ਨੂੰ ਸਿਰਫ ਲਾਸ਼ ਨੂੰ ਉੱਤੇ ਰੱਖਣ ਗਏ। ਅੱਛਾ, ਕਿਸ ਤਰ੍ਹਾਂ ਰੱਖਣ ਗਏ ਸੋ? ਕਿਹਦੇ ਤੇ ਲੈ ਕੇ ਗਏ ਸੀ? ਗੱਡੀ ਤੇ ਗਏ ਸਾਂ ਸਾਰੇ। ਤੂੰ ਨਾਲ ਗਿਆ ਸੀ? ਜੀ ਸਰ। ਤੇ ਡੈੱਡ ਬਾਡੀ ਜਿਹੜੀ ਹੈ ਕਿੰਨੇ ਲੋਕ ਛੱਡਣ ਗਏ ਸਨ? 3 ਜਣੇ ਗਏ। ਤੇ ਗੱਡੀ ਕੌਣ ਚਲਾ ਰਿਹਾ ਸੀ? ਭਾਈ ਜਵੇਦ ਚਲਾ ਰਹੇ। ਕਾਰ ਤੇ ਗਏ ਸੋ? ਹਾਂਜੀ। ਟੀਕਾ ਉਹ ਕਹਿੰਦਾ ਜਵੇਦ ਕੇ ਗਲਤ ਟੀਕਾ ਲਾ ਟੀਕਾ ਲਵਾਇਆ ਵੇ, ਬਿਲਕੁਲ ਟੀਕਾ ਵੀ ਲਵਾਇਆ, ਚਾਹ ਵੀ ਪਿਆਈ ਇਹਨੂੰ, ਠੀਕ ਹੈ, ਮੈਡੀਸਨ ਵੀ ਦਿੱਤੀ ਹੈ, ਲੇਕਿਨ ਨਹੀਂ। ਸੁਣਿਆ ਤੁਸੀਂ ਪੂਰੀ ਤਫਤੀਸ਼ ਕਰਦੇ ਰਹੇ ਹੋ, ਜਿਵੇਂ ਪੁਲਿਸ ਕਰਦੀ ਹੈ ਉਸ ਤਰ੍ਹਾਂ ਤਫਤੀਸ਼ ਕਰਦੇ ਹੋ ਹੈ? ਨਹੀਂ ਸਰ। ਉਹਦੇ ਲਵਾਇਕੀਨ ਨੂੰ ਮਿਲੇ ਹੋ? ਕੋਈ ਗੱਲਬਾਤ ਹੋਈ? ਕਿੱਥੋਂ ਦਾ ਰਹਿਣ ਵਾਲਾ ਸੀ, ਪਤਾ ਕੁਝ? ਨਹੀਂ ਸਰ ਜੀ। CIA पुलिस ने मुलजमान को गिरफ़्तार कर लिया है। 5 मुलजमान जो है वो CIA की हिरासत में हैं। बाकी मुलजमान के लिए पुलिस जो है वो कोशिश कर रही है। जो मुलजमान CIA कैंट ने गिरफ़्तार किए हैं उनसे पूछते हैं कि इन्होंने कत्ल की वारदात किस तरह से की, क्या वाक़या आया और क्या वजह थी कत्ल करने की। क्या नाम है भी तुम्हारा? साकब। साकब कित्थे दा रहने वाला है? बल्खे पिंड, बल्कि पिंड कित्थे? कलकते रोड। कालाखताई रोड ते शेखूपुरा दी दूधी हाँ जी, जान? शेखपुरा। शेखूपुरा की काम करना है? माल डंगर दे। ਮਾਲ ਡੰਗਰ ਦਾ? हाँ जी ਤੇ ਕੀ ਆਪਣਾ ਹੋਇਆ, ਕਿਉਂ ਕਤਲ ਕਰ ਦਿੱਤਾ ਉਹਨੂੰ? ਸਰ ਕਤਲ ਦਾ ਇਰਾਦਾ ਨਹੀਂ ਸੀ, ਸਾਡੀਆਂ ਮੱਝਾਂ ਚੋਰੀ ਹੋਈਆਂ ਨੇ। ਅੱਛਾ, ਉਹ ਸ਼ੱਕ ਦੇ ਸੀ ਇਹਨੂੰ। ਇਹ ਕਿਸ ਤਰ੍ਹਾਂ ਤੇਰੇ ਕੋਲ ਕਿਸ ਤਰ੍ਹਾਂ ਆਇਆ ਸੀ ਉੱਥੇ ਜਿਹੜਾ ਮਕਤੂਲ ਸੀ ਮਰਨ ਵਾਲਾ? ਇਹ ਸਾਡੇ ਕੋਲ ਉੱਥੇ ਕੰਮ ਕਰਦਾ ਕੀ ਸੀ, ਕੰਮ ਕਰ ਰਿਹਾ? ਸੀਲਿੰਗ ਦਾ ਕੰਮ ਕਰਦਾ। ਸੀਲਿੰਗ ਦਾ ਕੰਮ ਕਰ ਰਿਹਾ ਸੀ? ਹਾਂਜੀ ਉੱਥੇ ਹੀ ਰਹਿੰਦਾ ਸੀ? ਹਾਂਜੀ। ਅੱਛਾ, ਫਿਰ ਕੀ ਹੋਇਆ? ਹਵੇਲੀ ਦੇ ਵਿੱਚ ਸੀ ਤੇ ਚੋਰੀ ਹੋਈ ਤੇ ਸਾਨੂੰ ਸ਼ੱਕ ਕੀ ਸੀ ਚੋਰੀ ਹੋਇਆ? ਮੱਝ ਤੇ ਗਾਂ। ਅੱਛਾ, ਮੱਝ ਤੇ ਗਾਂ ਚੋਰੀ ਹੋ ਗਈ? ਹਾਂਜੀ। ਅੱਛਾ, ਤੇ ਇਹਦੇ ਤੇ ਸ਼ੱਕ ਸੀ ਸਾਨੂੰ, ਜਿਸ ਦਿਨ ਚੋਰੀ ਹੋਈ ਤੇ ਇੱਕ ਦਿਨ ਬਾਅਦ ਇੱਥੋਂ ਚਲਾ ਜਾਂਦਾ, ਲਾਹੌਰ ਆ ਜਾਂਦਾ। ਅੱਛਾ, ਫਿਰ ਇਹ ਦੇਖੋ। ਫਿਰ ਇਹ ਤੇ ਤੁਸੀਂ ਜਦੋਂ ਲਾਹੌਰ ਆ ਗਿਆ ਫਿਰ ਕੀ ਕੀਤਾ? ਫੜਿਆ ਕਿਸ ਤਰ੍ਹਾਂ ਉਹ ਉਹਨੂੰ? ਜਵੇਦ ਭਾਈ ਨੂੰ ਪਤਾ। ਜਵੇਦ ਭਾਈ ਨੂੰ ਪਤਾ? ਤੂੰ ਕੀ ਕੀਤਾ ਸੀ? ਤੇਰਾ ਕੀ ਕਿਰਦਾਰ ਸੀ? ਮੇਰਾ ਕੁਝ ਨਹੀਂ ਸਰ। ਤੂੰ ਉਹਨੂੰ ਮਾਰਿਆ ਜਦੋਂ ਤਸ਼ੱਦਦ ਕਰ ਰਹੇ ਸੀ, ਉਦੋਂ ਮੌਜੂਦ ਸਾਂ ਉੱਥੇ? ਮੈਂ ਮੌਜੂਦ ਸਾਂ, ਫਿਰ ਮੈਂ ਆ ਗਿਆ ਹਾਂ ਤੋਂ। ਤੇ ਜਦੋਂ ਡੈੱਡ ਬਾਡੀ ਸੁੱਟੀ ਮੈਂ ਨਹੀਂ ਸਾਂ। ਤੂੰ ਨਹੀਂ ਸੈਂ? ਹਾਂਜੀ, ਕੀ ਨਾਮ ਹੈ ਵੀ ਤੇਰਾ? ਜਵੇਦ। ਜਵੇਦ ਕੀ ਹੈ? ਜਵੇਦ ਨਾਮ। ਜਾਵੇਦ। ਅੱਛਾ, ਜਵੇਦ ਹੈ, ਦੱਸ ਕੇ ਜਿਹੜਾ ਸੀਲਿੰਗ ਦਾ ਕੰਮ ਕਰਦਾ ਸੀ ਹਾਫਜ਼, ਉਹਦੇ ਤੇ ਕਿਸ ਤਰ੍ਹਾਂ ਸ਼ੱਕ ਹੋਇਆ ਤੇ ਉਹਨੂੰ ਕਿੱਥੋਂ ਲੈ ਕੇ ਗਏ ਲਾਹੌਰ ਜੀ ਤੋਂ? ਉਸ ਟਾਈਮ ਸਾਰੀ ਜ਼ਰਾ ਕਹਾਣੀ ਪੂਰੀ ਦੱਸ ਜੋ ਹੋਇਆ। ਸਰ ਜੀ ਇਹ ਉਦੋਂ 7-8 ਬੰਦੇ ਕਿਦਨ ਸਾਡੀਆਂ ਮੱਝਾਂ ਖੁੱਲੀਆਂ ਨੇ, ਇਹ ਛੱਤ ਦੇ ਉੱਤੇ ਸੁੱਤੇ ਆ। ਠੀਕ ਹੈ। ਤੋਂ ਥੱਲਿਓਂ ਮੱਝਾਂ ਖੁੱਲ੍ਹਣ ਦੀਆਂ ਨੇ, 3 ਮਿੰਟਾਂ ਬਾਅਦ ਇਹ ਛੱਤ ਤੇ ਖਲੋ ਕੇ ਲਾਈਟ ਵੀ ਬਾਲਣ ਦਾ ਠੀਕ ਹੈ। ਹੈ। ਤੇ ਸਾਨੂੰ ਸ਼ੱਕ ਨਹੀਂ ਸੀ ਇਹ ਕਿਦੋਂ 2-4 ਦਿਨ ਲੰਘੇ, ਇੱਕ ਦਿਨ ਲੰਘਿਆ ਤੇ ਇਹ ਉੱਥੋਂ ਟੁਰ ਗਿਆ। ਠੀਕ ਹੈ। ਇਹਦੇ ਨਾਲਦਿਆਂ ਨੂੰ ਪੁੱਛਿਆ ਵੀ ਤੁਹਾਨੂੰ ਦੱਸ ਕੇ ਗਿਆ ਯਾਨੀ ਇਹ ਨਾ ਨਹੀਂ, ਸਾਨੂੰ ਦੱਸ ਕੇ ਨਹੀਂ ਗਿਆ। ਤੇ ਸ਼ੱਕ ਫਿਰ ਸਾਨੂੰ ਮਜ਼ੀਦ ਪੈ ਗਿਆ ਇਹਦੇ ਉੱਤੇ ਵੀ ਇਹ ਹੀ ਹੋਏਗਾ। ਠੀਕ ਹੈ। ਇਹਦੇ ਨਾਲਦਿਆਂ ਵੀ ਆਖਿਆ ਵੀ ਇਹਨੂੰ ਪੁੱਛ-ਦੱਸ ਕਰੋ, ਸ਼ਾਇਦ ਇਹ ਹੀ ਹੋਵੇ। ਠੀਕ ਹੈ। ਇਹਨੂੰ ਸਾਰੇ ਹੀ ਲਾਹੌਰੋਂ ਲੈਣ ਆਏ। ਲਾਹੌਰੋਂ ਕਿਸ ਤਰ੍ਹਾਂ ਪਤਾ ਲੱਗਾ ਕਿ ਕਿੱਥੇ ਹੈਗਾ ਸੀ? ਇਹ- ਕਿਹਨੇ ਦੱਸਿਆ? ਕਿਰਨਾਂ ਦੇ ਨਾਲ ਆਇਆ ਸੀ, ਸੀਲਿੰਗ ਵਾਲਿਆਂ ਦੇ ਨਾਲ, ਮੌਲਵੀ ਠੇਕੇਦਾਰ ਇਹਨਾਂ ਦਾ, ਉਹ ਨਾਲ ਸਾਨੂੰ ਲੈ ਕੇ ਆਇਆ ਵੀ ਆਓ ਮੈਂ ਤੁਹਾਨੂੰ- ਲਤੀਫ ਨਾਮ ਸੀ ਉਹਦਾ? ਲਤੀਫ, ਹਾਂਜੀ। ਠੀਕ ਹੈ। ਮੈਂ ਤੁਹਾਨੂੰ ਫੜਾਨਾ ਕਿੱਥੇ ਵੀ ਉਹਨੂੰ ਲੈ ਕੇ ਆਉਂਦੇ ਆ। ਠੀਕ ਹੈ। ਉਹ ਸਾਡੇ ਨਾਲ ਆਇਆ, ਸਾਰੇ ਅਸੀਂ 3-4 ਜਣੇ ਨਾਲ ਆਏ ਆਉਂਦੇ। ਠੀਕ ਹੈ। ਗੱਡੀ ਤੇ ਉਹਨੂੰ ਇੱਥੋਂ ਲੈ ਕੇ ਟੁਰ ਗਏ ਪਿੰਡ। ਉੱਥੇ ਹਵੇਲੀ 'ਚ
ਜਾ ਕੇ ਬਾਹਰ ਹਵੇਲੀ 'ਚੋਂ ਬਾਹਰ ਜਾ ਕੇ ਨਾ ਉਹਨੂੰ ਪੁੱਛਿਆ ਦੱਸਿਆ ਠੀਕ ਹੈ। ਉਹਨੂੰ ਬੰਨ ਕੇ ਕੋਈ ਸੋਟੀਆਂ ਵੀ 2-4 ਮਾਰੀਆਂ ਨੇ, ਮਾਰ ਕੇ ਤੇ ਲੈ ਆਏ ਆ। ਉੱਥੇ ਅੱਛਾ। ਉਹਨੇ ਆਖਿਆ ਵੀ ਇਹ ਸਾਨੂੰ ਵੀ ਮੈਂ ਨਾ ਗੁੱਜਰ ਕਿਸੇ ਦਾ 2 ਲੱਖ ਰੁਪਈਆ ਦੇਣਾ ਸੀ ਤੇ ਮੈਂ ਉਹਨਾਂ ਨੂੰ ਆਖਿਆ ਵੀ ਇੱਥੇ ਮੱਝ ਤੇ ਇੱਕ ਗਾਂ ਚੰਗੀ ਹੋਰ ਤੁਸੀਂ ਲੈ ਜਾਓ। ਠੀਕ ਹੈ। ਅਮਜਦ ਗੁੱਜਰ ਉਹਦਾ ਨਾਂ ਕਿੰਨਾ ਨਾਂ ਲੈਂਦਾ ਸੀ। ਠੀਕ ਹੈ। ਅਸੀਂ ਫਿਰ ਹਵੇਲੀ 'ਚ ਸਾਰ ਲੈ ਆਏ ਆ। ਫਿਰ ਉਹਨੂੰ ਆਣ ਕੇ ਦੁੱਧ ਪਿਆਇਆ, ਟੀਕੇ ਲਵਾਏ ਨੇ ਦਰਦਾਂ ਦੇ। ਅੱਛਾ। ਹਾਂ ਫਿਰ ਤੇ ਉਹ ਲਵਾ ਕੇ ਅਸੀਂ ਘਰ ਟੁਰ ਗਏ ਹੂੰ। ਤੇ ਹਵੇਲੀ 'ਚ ਹੀ ਕਿਤੋਂ ਘਰੋਂ ਆਏ ਆ ਸਰ ਵੇਖਿਆ ਤੇ ਉਹ ਰੱਬ ਨੂੰ ਪਿਆਰਾ ਹੋ ਗਿਆ। ਠੀਕ ਹੈ। ਫਿਰ ਸਾਰੇ ਹੀ ਉੱਥੋਂ ਫਿਰ ਡਰੇ ਹਾਂ ਤੇ ਅਸੀਂ ਡਰਿਆ ਫਿਰ ਉਹਨੂੰ ਗੱਡੀ 'ਚ ਪਾਇਆ ਹੂੰ। ਤਿੰਨਾਂ ਜਾਣਾ। ਫਿਰ ਅਸੀਂ ਮੰਡੀ ਢਾਬਾਂ ਉੱਥੇ ਨਾ ਸੜਕ ਦੇ ਉੱਤੇ ਉਹਨੂੰ ਜਾ ਕੇ ਰੱਖ ਆਏ। ਉਹ ਕਿੰਨੀ ਕੁ ਦੂਰ ਹੈ ਹਵੇਲੀ ਤੋਂ? ਨਹੀਂ ਸਰ ਉਹ ਮੋਟਰਵੇ ਦੇ ਇੱਧਰ ਸ਼ੇਖਪੁਰੇ ਵਾਲੇ ਪਾਸੇ। ਸ਼ੇਖਪੁਰ ਵਾਲੇ ਪਾਸੇ ਉੱਥੇ ਛੱਡਿਆ ਸੀ। ਉੱਥੇ ਛੱਡ ਅੱਛਾ ਆਏ। ਜਵੇਦ, ਅਗਰ ਕਿਸੇ ਦੀ ਕੋਈ ਘਰ ਦੀ ਚੋਰੀ ਹੋ ਜਾਏ, ਕੋਈ ਸਮਾਨ ਚੋਰੀ ਹੋ ਜਾਏ, ਕੋਈ ਮਾਲ ਡੰਗਰ ਚੋਰੀ ਹੋ ਜਾਏ, ਤੇ ਇਹਦਾ ਮਤਲਬ ਹੈ ਕਿ ਜਿਹਦੇ ਤੇ ਸ਼ੱਕ ਹੈ ਉਹਦੀ ਤਫਤੀਸ਼ ਉਹ ਮਾਲਕ ਖੁਦ ਹੀ ਕਰਨਾ ਸ਼ੁਰੂ ਕਰ ਦੇਵੇ? ਤੁਸੀਂ ਥਾਣੇ 'ਚ ਜਾਂਦੇ ਸਰ ਹੋ, ਬਸ ਇਹ ਕੋਈ ਉਹਦੀ ਗਲਤੀ ਹੋ ਰਿਪੋਰਟ ਗਈ। ਕਰਾਉਂਦੇ? ਸਰ ਇਹ ਗਲਤੀ ਹੋ ਗਈ ਸਾਡੇ ਕੋਲ, ਅਸੀਂ ਮੰਨਦੇ ਆ ਤੇ ਅਸੀਂ ਤੇ ਰੱਬ ਕੋਲੋਂ ਵੀ ਦਿਨ ਰਾਤ ਮਾਫੀ ਮੰਗਦੇ ਆ ਤੇ ਉਹਦੇ ਘਰਦਿਆਂ ਕੋਲ ਵੀ ਮੰਗੀ ਦੀ ਮਾਫੀ। ਅੱਛਾ, ਉਹਨੂੰ ਮਾਰਿਆ ਕਿੰਨਾ ਸੀ? ਕੀ ਮਾਰਦੇ ਰਹੇ ਸੋ? ਤੇ ਕੌਣ ਸੋਟੀਆਂ ਕੌਣ ਦੇ ਸੀ? ਨਾਲ ਸਰ ਮਾਰਿਆ ਕੋਈ ਸੋਟੀਆਂ ਦੇ ਨਾਲ ਤਾਂ ਨਹੀਂ ਮਾਰਦਾ ਨਾ? ਨਹੀਂ ਸਰ ਸੋਟੀਆਂ ਨਾਲ ਹੀ ਨਹੀਂ, ਉਹ ਕੀ ਮਾਰਿਆ। ਬਿਮਾਰ ਸੀ? ਫਿਰ ਕੀ ਹੋਇਆ ਕੀ ਉਹਨੂੰ? ਸਰ ਜੀ ਉਹਨੂੰ ਨਾ ਕਿਹੜਾ ਟੀਕਾ ਲਵਾਇਆ ਨਾ, ਉਹ ਕਿਤੇ ਨੀਨੇ ਪੇਟ 'ਚ ਉਹਦਾ ਉਹ ਟੀਕਾ ਲੜ ਗਿਆ। ਅੱਛਾ, ਉਹ ਟੀਕਾ ਲੜ ਗਿਆ ਉਹਨੂੰ? ਹਾਂ ਤੁਸੀਂ ਜੋ ਉਹਨੂੰ ਮਾਰਿਆ ਉਹਦੇ ਨਾਲ ਉਹਨੂੰ ਕੁਝ ਨਹੀਂ ਹੋਇਆ? ਸਰ ਜੀ ਉਦੋਂ ਸਹੀ ਹੀ ਉਹ ਗੱਲਾਂ ਬਾਤਾਂ ਕਰਦਾ ਸੀ। ਅੱਛਾ, ਤੂੰ ਕੀ ਕੰਮ ਕੀ ਕਰਨਾ? ਮੈਂ ਖੇਤੀਬਾੜੀ ਦਾ ਹੀ ਮਾਲ ਡੰਗਰ ਦਾ ਹੀ। ਅੱਛਾ, ਤੁਹਾਡੇ ਦੇ ਪਹਿਲੇ ਵੀ ਪਰਚੇ ਗਏ ਨੇ 9C ਦੇ ਵੀ ਨੇ? ਨਹੀਂ ਸਰ 9C ਤਾਂ ਨਹੀਂ ਮੇਰੇ ਤੇ। ਤੁਸੀਂ ਆਪਣਾ ਮਨਸ਼ਿਆਤ ਉੱਥੇ ਵੇਚਦੇ ਹੋ? ਨਹੀਂ ਸਰ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਸਾਡੇ ਕਹਿੰਦੀ ਹੈ- ਰਿਸ਼ਤੇਦਾਰ ਹੈ ਨੇ ਉਹ ਕਿਹੜੇ ਵੇਚਦੇ ਨੇ, ਆਪਾਂ ਕਰਾਨੀ ਮਾਨੀ ਨਹੀਂ ਵੇਚਦੇ ਆ। ਅੱਛਾ, ਜੇਲ੍ਹ 'ਚ ਗਿਆ ਕਦੀ ਪਹਿਲੇ? ਹਾਂ ਸਰ ਗਿਆ, ਕਿਹਦੇ ਕੇਸ ਵਿੱਚ? ਉਹ 24 ਦੇ ਵਿੱਚ ਗਿਆ ਹਾਂ ਸਰ। ਅੱਛਾ, ਲੜਾਈ ਝਗੜੇ ਦੇ ਵਿੱਚ ਹਾਂਜੀ। ਫਾਇਰ ਮਾਰੇ ਸਨ? ਹਾਂਜੀ ਅਸਲਾ ਰੱਖਿਆ? ਸਰ ਜੀ ਉਹ ਪਿੰਡ ਦੇ ਵਿੱਚ ਜ਼ਾਹਰੀ ਗੱਲ ਹੈ, ਦੁਸ਼ਮਣੀ ਲਾਇਸੈਂਸੀ ਹੈ? ਹਾਂਜੀ ਲਾਇਸੈਂਸੀ ਹੈ? ਕਿੰਨਾ ਅਸਲਾ ਹੈਗਾ? ਸਰ ਜੀ ਇੱਕ ਰਫਲ ਇੱਕ ਪਿਸਤੌਲ ਹੈ। ਅੱਛਾ, ਤੇ ਇਹ ਬਾਕੀ ਜਿਹੜੇ ਲੋਕ ਨੇ ਤੇਰੇ ਨਾਲ ਹੈ ਕੀ ਲੱਗਦੇ ਨੇ ਇਹ ਤੇਰੇ? ਇਹ ਉੱਥੇ ਇਹਨਾਂ ਦੀ ਨਾਲ ਹੀ ਸਾਡੀ ਪੈਲੀ ਦੇ ਨਾਲ ਜ਼ਮੀਨ ਇਹਨਾਂ ਠੇਕੇ ਲਈ ਹੈ ਕਦੋਂ। ਤੇ ਅੱਛਾ। ਕੰਮ ਕੁਮ ਕਰਦਾ ਉੱਥੇ। ਅੱਛਾ, ਕੰਮ ਕੁਮ ਕਰਦਾ? ਇਹ ਵੀ ਨਾਲ ਇਨਵੋਲਵ ਸਨ? ਹਾਂ ਸਰ ਜੀ ਇਹਨਾਂ ਨੂੰ ਆਵਾਜ਼ ਦਿੱਤੀ ਸੀ ਮੈਂ। ਤੂੰ ਵੀ ਆਵਾਜ਼ ਦਿੱਤੀ ਸੀ? ਅੱਛਾ, ਉਹਦੇ ਬਾਅਦ ਜਦੋਂ ਤੁਸੀਂ ਡੈੱਡ ਬੋਡੀ ਛੱਡ ਆਏ ਤੇ ਫਿਰ ਕੀ ਹੋਇਆ? ਕਿੰਨੇ ਦਿਨ ਬਾਅਦ ਤੁਸੀਂ ਫੜੇ ਗਏ? ਪੁਲਿਸ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚੀ ਲਾਹੌਰ ਤੋਂ? ਸਰ ਜੀ ਇਹਨਾਂ ਕਿੰਨਾ ਕੋਲ ਗਏ ਹਨ, ਉਹਨਾਂ ਗਵਾਹ ਦਾ ਪਰਚਾ ਕਰਾ ਦਿੱਤਾ ਸਾਡੇ ਤੇ। ਅੱਛਾ। ਕਿਉਂਕਿ ਲਤੀਫ ਕੇ ਰਹਿਣਾ ਉਹ ਪਹਿਲਾਂ ਉੱਥੇ ਕੰਮ ਕਰਕੇ ਗਿਆ ਸੀ ਕਿੱਥੇ? ਤੇ ਕਿੱਥੋਂ ਅਸੀਂ ਲਗਾਇਆ ਹਾਂ। ਅੱਛਾ। ਲਤੀਫ ਨੂੰ ਅੱਗੇ ਵੀ ਜਾਣਦੇ ਹਨ। ਲਤੀਫ ਤੇ ਨਾਲ ਰਲ ਕੇ ਨਾ ਗਵਾਹ ਦਾ ਪਰਚਾ ਕਰਾ ਦਿੱਤਾ। ਉਹ ਫਿਰ ਸੀਏ ਵਾਲਿਆਂ ਸਾਨੂੰ ਟ੍ਰੇਸ ਕਰਦਿਆਂ ਅੱਗੋਂ ਫਿਰ ਠੀਕ ਮਾਮਲਾ ਹੈ। ਸਾਰੇ ਤੇ ਹੋਰ ਕਿੰਨੇ ਬੰਦੇ ਇਹਦੇ 'ਚ ਸ਼ਾਮਲ ਸਨ ਜਿਹੜੇ ਪੁਲਿਸ ਨੇ ਫੜਨੇ ਨੇ? ਸਰ ਅਸੀਂ ਜਾਂ ਤਿੰਨੀਆਂ ਨੇ ਜਾਂ ਇੱਕ ਹੋਰ ਨੇ। ਉਹ ਕੌਣ? ਉਹ ਰਿਸ਼ਤੇਦਾਰ ਹੀ ਹੈ ਸਾਡਾ। ਅੱਛਾ, ਉਹਦਾ ਕੀ ਕਿਰਦਾਰ ਸੀ ਵਿੱਚ? ਸਰ ਜੀ ਉਹ ਕਿਦੋਂ ਮਾਰਨ ਦਾ ਹੈ ਨਾ ਉਹ ਸਾਡੇ ਕੋਲ ਖਲੋਤਾ। ਕੋਲ ਖਲੋਤਾ ਸੀ? ਮਾਰਦਾ ਤੂੰ ਰਿਹਾ ਤੇ ਇਹ ਮਾਰਦਾ ਰਿਹਾ? ਨਹੀਂ ਸਰ ਇਹ ਨਹੀਂ ਮਾਰਦਾ ਰਿਹਾ। 10 ਸਾਲ ਦੀ 10 ਕੁ ਸੋਟੀਆਂ ਉਹਨੂੰ ਮਾਰੀਆਂ ਨੂੰ ਮੰਨ ਗਿਆ ਤੇ ਫਿਰ ਅਸੀਂ ਉਹਨੂੰ ਲੈ ਆਏ। ਸੋਟੀ ਕਿਹੜੀ ਨਾਲ ਮਾਰਿਆ? ਉਹ ਦੇਤੀ ਪੁਲਿਸ ਨੂੰ ਸੋਟੀ? ਹਾਂਜੀ। ਉਹ ਸੋਟੀ ਕਿ ਡੰਡਾ ਸੀ? ਤੇ ਡੰਡਾ ਸੀ ਸਰ। ਡੰਡਾ ਸੀ। ਕਿੱਥੇ ਮਾਰਦੇ ਰਹੇ ਹੋ? ਸਰ ਜੀ ਇੱਥੇ ਨੇ ਮਾਰਦੇ ਰਹੇ। ਅੱਛਾ, ਤੇ ਕੀ ਤੇ ਕਹਿੰਦਾ ਸੀ ਸਹੀ ਉਹ? ਸਰ- ਕਹਿੰਦਾ ਕੀ ਸੀ ਉਹ ਕਿ ਮੈਂ ਇੰਨੀ ਮਾਰ ਖਾ ਕੇ ਵੀ ਉਹ ਦੱਸਦਾ ਨਹੀਂ ਸੀ ਕਿ ਮੈਂ ਚੋਰੀ ਸਰ ਉਹਨੇ ਕੀਤੀ? ਦੱਸਿਆ, ਮੈਂ ਤੁਹਾਨੂੰ ਦੱਸਿਆ, ਉਹਨੇ ਦੱਸਿਆ ਵੀ ਜਿਹਦਾ ਉਹਨੇ ਨਾਂ ਲਿਆ ਉਹਦੇ ਨਾਲ ਤੁਸੀਂ ਨਹੀਂ ਰਾਬਤਾ ਕੀਤਾ? ਸਰ ਉਸ ਤੋਂ ਬਾਅਦ ਸਾਨੂੰ ਆਪਣੀ ਪੈ ਗਈ। ਅਸੀਂ ਆਪਣੀ ਆਪ ਪੈ ਨਸ਼ੇ- ਗਈ। ਨਸ਼ੇ ਤੇ ਪੈ ਮੱਝਾਂ ਕਿੰਨੇ ਦੀਆਂ ਸਨ? ਇੱਕ ਗਾਂ ਤੇ ਮੱਝ ਕਿੰਨੀ ਮਾਲੀਅਤ ਕੋਈ ਸੀ? 5-6 ਲੱਖ ਦੀਆਂ ਹੈ। 5-6 ਲੱਖ ਦੀਆਂ ਸਨ। ਤੇ ਉਹ 5-6 ਲੱਖ ਦੀ ਬੰਦੇ ਦੀ ਜਾਨ ਸਰ ਚਲੀ। ਅਸੀਂ ਤੇ ਮਾਫੀ ਮੰਗਣੇ ਆ ਪੈ ਸਾਨੂੰ ਰੱਬ ਦੀ ਮਾਫੀ ਦਿਆ ਤੇ ਰਾਤਾ ਨਹੀਂ ਸੀ ਆਇਆ। ਹੈ ਜੀ, ਦੱਸੋ ਜੀ ਕੀ ਕਹਿੰਦੇ ਹੋ? ਸਰ ਸਾਡਾ ਕੋਈ ਇਰਾਦਾ ਕਤਲ ਨਹੀਂ ਸੀ, ਅਸੀਂ ਤੇ ਪੁੱਛਦਾ ਸੀ। ਨਹੀਂ ਤੇ ਤੁਸੀਂ ਅਗਰ ਪਹਿਲੇ ਕਦੀ ਮੱਝ ਚੋਰੀ ਨਹੀਂ ਹੋਈ ਤੁਹਾਡੀ? ਨਹੀਂ ਸਰ, ਜ਼ਿੰਦਗੀ ਦਾ ਪਹਿਲਾਂ ਹੋਇਆ? ਵੈਸੇ ਤੁਹਾਨੂੰ ਇਹ ਪਤਾ ਸੀ ਕਿ ਅਗਰ ਥਾਣੇ ਦੇ ਜਾ ਕੇ ਤੁਸੀਂ ਰਿਪੋਰਟ ਕਰਾ ਦਿੰਦੇ, ਉਸੇ ਬੰਦੇ ਨੂੰ ਫੜਵਾ ਦਿੰਦੇ ਕਿ ਸਾਨੂੰ ਇਹਦੇ ਤੇ ਸ਼ੱਕ ਹੈ, ਤੇ ਤੁਹਾਨੂੰ ਕਾਨੂੰਨ ਦੇ ਮੁਤਾਬਕ ਇਹ ਤੇ ਗਲਤੀ ਹੋਈ ਮਾਫੀ ਮੰਗਣੇ ਹੈ? ਇਹ ਤੇ ਸਰ ਗਲਤੀ ਹੋਈ। ਇਹ ਹੀ ਗਲਤੀ ਹੋ ਗਈ ਹੈ। ਅੱਛਾ, ਤੇ ਇਹ ਹੁਣ ਜਿਹੜੇ ਹੁਣ ਆਪਣਾ ਬਾਕੀ ਲੋਕ ਨੇ ਇਹਨਾਂ ਦੇ ਕਿਰਦਾਰ ਤੁਸੀਂ ਦੱਸਦੇ ਨੇ ਇਨਵੈਸਟੀਗੇਸ਼ਨ ਵਿੱਚ ਕਿ ਕਿੰਨੇ ਕੀ ਕੀਤਾ? ਹਾਂ ਸਾਰੇ ਮੇਰੇ ਨਾਲ 2 ਜਣੇ ਗਏ ਨੇ ਕਿੱਥੇ ਲਾਸ਼ ਅਸੀਂ ਰੱਖ ਕੇ ਆਏ ਹਾਂ। ਅੱਛਾ, ਇਹ ਮੇਰੇ ਉਹ ਨਾਲ ਦੱਸ ਦੇ। ਗਏ ਨੇ। ਹਾਂ ਬਈ, ਕੀ ਨਾਮ ਹੈ ਤੇਰਾ? ਮਸ਼ਹੂਕ ਵਾਲੀ ਸਰ, ਮਾਸ਼ੂਕ ਅਲੀ? ਜੀ ਸਰ। ਕਿੱਥੇ ਦਾ ਰਹਿਣ ਵਾਲਾ ਹੈ? ਬਲਖੇ ਪਿੰਡ। ਬਲਕੇ ਪਿੰਡ। ਤੇ ਇਹਨਾਂ ਕੋਲ ਕੀ ਕਰਨਾ ਸੀ ਜਵੇਦ ਹੋਰਾਂ ਕੋਲ ਤੂੰ? ਸਰ ਇਹਨਾਂ ਦੇ ਕੋਲ ਪੈਲੀ ਹੀ ਠੇਕੇ ਲਈ ਹੈ। ਠੇਕੇ ਤੇ ਪੈਲੀ ਲਈ ਹੈ ਤੇ ਹਾਂਜੀ। ਹਵੇਲੀ 'ਚ ਵੀ ਰਹਿਣਾ ਸੀ? ਨਹੀਂ ਸਰ, ਹਾਂ।
ਪੈਲੀ ਤੇ ਗਏ ਤੇ ਭਾਈ ਇਹ ਪੱਠੇ ਲੈ ਕੇ ਆਏ ਤੇ ਭਾਈ ਜਵੇਦ ਅੱਛਾ, ਜਿਹੜਾ ਸੀਲਿੰਗ ਕਰਨ ਵਾਲਾ ਸੀ ਬੰਦਾ, ਉਹਨੂੰ ਤੂੰ ਬੜੀਆਂ ਗੱਲਾਂ ਸੁਣਾਉਂਦਾ ਰਿਹਾ ਕਿ ਮੱਝ ਤੇ ਗਾਂ ਵਾਪਸ ਕਰ ਦਿਓ। ਸਰ ਉਹ ਭਾਈ ਜਵੇਦ ਨੇ ਫੋਨ ਜਦੋਂ ਕੀਤਾ ਮੈਂ ਉਦੋਂ ਗਿਆ ਹਵੇਲੀ 'ਚ। ਅੱਛਾ, ਕੀ ਹੋਈ ਗੱਲ ਉਹਨੂੰ, ਕੀ ਕਹਿੰਦਾ ਸੀ ਉਹ? ਉਹ ਬੰਦੇ ਨੂੰ ਮਾਰ ਕੁੱਟ ਕੇ ਤੇ ਹਵੇਲੀ 'ਚ ਬੈਠਾ ਤੇ ਮੈਂ ਉਹਨੂੰ ਪਾਣੀ ਪੂਣੀ ਪਿਆਇਆ ਨਾਲ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚਾਚਾ ਜੇ ਕੋਈ ਗੱਲ ਹੈ ਹੀ ਤੇ ਦੱਸ ਦੇ ਉਹਨਾਂ ਨੂੰ। ਅੱਛਾ, ਤੇ ਉਹ ਅੱਗੋਂ ਜਿਹੜਾ ਇੱਥੇ ਨਾਲ ਇੱਕ ਮੁੰਡਾ ਸੀ ਉਹਨੇ ਆਇਆ ਵੀ ਇਹਦੇ ਕੋਲ ਕੁਝ ਵੀ ਨਹੀਂ, ਉਹਨੇ ਜੋ ਕੁਝ ਆਇਆ ਉਹਨੇ ਦੱਸ ਦਿੱਤਾ। ਕੀ ਦੱਸਿਆ ਸੀ ਉਹਨੇ? ਪਤਾ ਨਹੀਂ ਕੋਈ ਗੁੱਜਰ ਦਾ ਨਾਂ ਲੈਂਦਾ ਸੀ ਇਹਨਾਂ ਅੱਗੇ। ਅੱਛਾ, ਤੈਨੂੰ ਦੱਸਿਆ ਸੀ ਉਹਨੇ? ਨਹੀਂ ਇਹਨਾਂ ਅੱਗੇ ਲੈਂਦਾ ਸੀ, ਮੈਨੂੰ ਉਹ ਮੁੰਡੇ ਨੇ ਕਿਹਾ ਕਿ ਇਸ ਤਰ੍ਹਾਂ ਬਸ। ਅੱਛਾ, ਇਸ ਤਰ੍ਹਾਂ। ਤੇ ਇਹਨੂੰ ਕਿੰਨਾ ਕੁ ਮਾਰਿਆ ਸੀ? ਸਰ ਉਹ ਮੈਨੂੰ ਨਹੀਂ ਪਤਾ ਹੈ। ਨਹੀਂ, ਤੂੰ ਦੇਖਦਾ ਤੇ ਰਿਹਾ ਨਾ, ਉਹ ਨਹੀਂ ਸਰ, ਮੈਂ ਪਾਣੀ ਪੂਣੀ ਪਿਆਂਦਾ ਰਿਹਾ? ਮੈਂ ਮੌਕੇ ਤੇ ਨਹੀਂ ਆਉਂਦਾ। ਨਹੀਂ, ਪਾਣੀ ਜਦੋਂ ਪਿਆਂਦਾ ਰਿਹਾ ਤੇ ਉਹ ਕਿਸ ਤਰ੍ਹਾਂ ਦੀ ਉਹਦੀ ਹਾਲਤ ਸੀ? ਉਦੋਂ ਹਾਲਤ ਹੁੰਦੀ ਬਿਲਕੁਲ ਸਹੀ ਸੀ ਸਰ। ਉਦੋਂ ਹਾਲਤ ਸਹੀ ਸੀ? ਤੇ ਫਿਰ ਕੀ ਹੋਇਆ, ਕਿਸ ਵਜ੍ਹਾ ਤੋਂ ਮਰ ਗਿਆ ਉਹ? ਪਤਾ ਨਹੀਂ ਸਰ, ਉਹ ਹੁੰਦੀ ਆਈ ਸੀ ਖਰੇ ਇਹਨਾਂ ਦੇ ਇੱਥੋਂ, ਆਈ ਇਹਨਾਂ ਦੇ ਹੱਥੋਂ ਸੀ? ਇਹ ਅੱਲਾ ਬਿਹਤਰ ਜਾਣਦਾ ਸਰ। ਅੱਛਾ, ਅਸੀਂ ਤੇ ਬਸ ਗਲਤੀ ਹੋਈ ਸੀ ਭਾਈ ਜਿਹੜਾ ਦੇ ਨਾਲ ਗੱਡੀ 'ਚ ਬਹਿ ਕੇ ਤੇ ਉਹਨਾਂ ਨੂੰ ਸਿਰਫ ਇਲਾਜ ਨੂੰ ਉੱਤੇ ਰੱਖਣ ਗਏ। ਅੱਛਾ, ਕਿਸ ਤਰ੍ਹਾਂ ਰੱਖਣ ਗਏ ਸੋ, ਕਿਹਦੇ ਤੇ ਲੈ ਕੇ ਗਏ ਸੀ? ਗੱਡੀ ਤੇ ਗਏ ਸਾਂ ਸਰ। ਤੂੰ ਨਾਲ ਗਿਆ ਸੀ? ਜੀ ਸਰ। ਤੇ ਡੈੱਡ ਬਾਡੀ ਜਿਹੜੀ ਹੈ ਕਿੰਨੇ ਲੋਕ ਛੱਡਣ ਗਏ ਸਨ? 3 ਜਣੇ ਗਏ। ਫਿਰ ਕੀ ਨਾਮ ਸਨ ਉਹਨਾਂ ਦੇ? ਇੱਕ ਜਵੇਦ ਤੇ ਇੱਕ ਮਸ਼ੂਕ ਅਲੀ ਤੇ ਇੱਕ ਬੂਟਾ। ਮਸ਼ੂਕ ਅਲੀ ਤੇ ਤੂੰ ਹੈ? ਹਾਂਜੀ। ਤੇ ਬੂਟਾ ਕਿਹੜਾ ਹੈ? ਆ ਚਾਚਾ ਬੂਟਾ। ਅੱਛਾ, ਤੇ ਗੱਡੀ ਕੌਣ ਚਲਾ ਰਿਹਾ ਸੀ? ਭਾਈ ਜਵੇਦ ਚਲਾ ਰਿਹਾ। ਕਾਰ ਤੇ ਗਏ ਸੋ? ਹਾਂਜੀ। ਅੱਛਾ, ਹਾਂ ਵੀ ਤੇਰਾ ਕੀ ਨਾਮ ਹੈ? ਸੁਲੇਮਾਨ। ਅੱਗੇ ਹੋਣਾ ਜ਼ਰਾ। ਹੈਂ? ਸੁਲੇਮਾਨ। ਤੂੰ ਕੀ ਕੀਤਾ? ਮੈਂ ਸਰ ਜੀ ਜਦੋਂ ਮਾਰਿਆ ਸੀ, ਜਦੋਂ ਨਾਲ ਲੈ ਗਏ ਸਨ, ਅੱਛਾ। ਮੈਂ ਉਹਨਾਂ ਦੇ ਨਾਲ ਸੀ। ਅੱਛਾ, ਮਾਰਿਆ ਜਦੋਂ? ਹਾਂਜੀ। ਕਿੱਥੇ ਮਾਰਦੇ ਸੀ? ਉਹ ਪਿੰਡ ਤੋਂ ਪੱਲੇ ਪਏ ਥੋੜਾ ਸਾਈਡ ਤੇ ਜਾ ਕੇ ਮਾਰਿਆ ਕਿਸ ਤਰ੍ਹਾਂ ਮਾਰਦੇ ਸੀ? ਸੋਟੀਆਂ ਦੇ ਨਾਲ ਮਾਰਿਆ। ਕੌਣ ਮਾਰਦਾ ਸੀ? ਜੇਲ੍ਹ ਭਾਈ ਨੇ ਮਾਰਿਆ ਸੀ। ਤੇ ਤੂੰ ਹੀ ਮਾਰਦਾ ਸੀ? ਨਹੀਂ ਸਰ, ਹੋਰ ਕੌਣ ਮਾਰਦਾ? ਇੱਕੋ ਬੰਦਾ ਬਸ ਮਾਰਿਆ? ਮੈਂ ਤੇ ਜੇਲ੍ਹ ਸਾਂ ਤੇ ਇੱਕ ਬੰਦਾ ਹੋਰ ਤੇ ਸੀ। ਤੂੰ ਕੋਲ ਖੜਾ ਸੀ? ਜੀ ਸਰ। ਤੇ ਕੀ ਕਹਿੰਦਾ ਸੀ ਉਹ? ਉਹ ਕਹਿੰਦਾ ਸੀ ਜ਼ਫਰ ਗੁੱਜਰ ਦੀ ਹਵੇਲੀ ਦੇ ਵਿੱਚ ਨੇ ਡੰਗਰ, ਮੈਂ ਅੱਛਾ। ਉਹਦੇ ਕੋਲ 2 ਲੱਖ ਰੁਪਈਆ ਲਿਆ ਵੇ। ਉਹਨੂੰ ਉਹ 2 ਦਿਨ ਪਹਿਲਾਂ ਕਹਿੰਦਾ ਸੀ ਕਿ ਮੈਂ ਉਹਨਾਂ ਨੂੰ ਸੱਦਿਆ ਵੇ, ਉਹਨਾਂ ਨੂੰ ਤੁਹਾਡੇ ਬੋਰ ਤੋਂ ਖਲੋ ਕੇ ਹਵੇਲੀ ਵਹਾਈ ਹੈ ਕਿ ਉਹ ਹਵੇਲੀ ਜੇ ਉਹ ਮੱਝ ਤੇ ਉਹ ਗਾਂ ਜੀ। ਅੱਛਾ। ਠੀਕ ਹੈ। ਉਹ ਬੰਦਾ ਕਹਿੰਦਾ ਫਿਰ ਉਹ ਚਲੇ ਗਏ ਨੇ। ਠੀਕ ਹੈ ਭਾਈ ਜੀ, ਇਧਰ ਨੂੰ ਪਤਾ ਨਹੀਂ ਲੱਗਾ ਕਿ ਉਹਨੇ ਉਹ ਹਵੇਲੀ ਵਹਾਈ ਤੇ ਡੰਗਰ ਵਹਾਏ ਨੇ। ਠੀਕ ਹੈ। ਉਹ ਫਿਰ ਚਲਾ ਗਿਆ ਬੰਦਾ। ਠੀਕ ਹੈ। ਜਦੋਂ ਉਹਨੂੰ ਮਾਰਿਆ ਸੀ ਉਦੋਂ ਇਹ ਗੱਲ ਕਰਦਾ ਸੀ। ਠੀਕ ਹੈ। ਜੇਦ ਭਾਈ ਨੇ 10 12 ਜਾਂ 15 ਲਾ ਲਓ ਇੰਨੀਆਂ ਛੋਟੀਆਂ ਮਾਰੀਆਂ ਨੇ। ਮਾਰ ਕੇ ਤੇ ਫਿਰ ਉਹ ਕਹਿੰਦਾ ਮੈਨੂੰ ਪਾਣੀ ਪੀਓ। ਠੀਕ ਹੈ। ਮੋਟਰਸਾਈਕਲ ਲਾ ਕੇ ਖਲੋਤੀ ਸੀ ਜਿਸ ਮੋਟਰਸਾਈਕਲ 'ਤੇ ਲੈ ਕੇ ਗਏ ਸੀ ਦਰਬਾਰ ਤੋਂ ਜਾ ਕੇ, ਫਿਰ ਮੈਂ ਉਹਨੂੰ ਪਾਣੀ ਪਿਆਇਆ ਵੇ। ਪਾਣੀ ਪਿਆ ਕੇ ਤੇ ਫਿਰ ਅਸੀਂ ਉਹਨੂੰ ਹਵੇਲੀ 'ਚ ਲੈ ਆਏ। ਹਵੇਲੀ ਲੈ ਉਸ ਟਾਈਮ ਉਹਦੀ ਹਾਲਤ ਕੈਸੀ? ਸਹੀ ਸਹੀ ਸੀ? ਠੀਕ ਠਾਕ ਸੀ। ਤੇ ਫਿਰ ਕੀ ਵਜ੍ਹਾ ਹੋਈ ਉਹਨੂੰ? ਇਹ ਸਰ ਜੀ ਨੂੰ ਅੱਲਾ ਨੂੰ ਪਤਾ ਕੀ ਵਜ੍ਹਾ ਹੋਈ। ਟੀਕਾ ਉਹ ਕਹਿੰਦਾ ਜਵੇਦ ਕੇ ਗਲਤ ਟੀਕਾ ਹਾਂ, ਲਾ ਟੀਕਾ ਲਵਾਇਆ ਵੇ, ਬਿਲਕੁਲ ਟੀਕਾ ਵੀ ਲਵਾਇਆ, ਚਾਹ ਵੀ ਪਿਆਈ ਇਹਨੂੰ। ਠੀਕ ਹੈ। ਮੈਡੀਸਨ ਵੀ ਦਿੱਤੀ ਹੈ ਲੇਕਿਨ ਨਹੀਂ। ਅੱਛਾ, ਛੋਟੀਆਂ ਕਿੱਥੇ ਮਾਰਦੇ ਸੋ? ਤੇ ਮਾਰੀਆਂ ਸੀ ਬਸ ਹੋਰ ਕਿਸੇ ਜਿਸਮ ਤੇ ਨਹੀਂ ਮਾਰਦੇ? ਨਹੀਂ ਮਾਰੀਆਂ। ਨਹੀਂ ਸੁਣਿਆ ਤੁਸੀਂ ਪੂਰੀ ਤਫਤੀਸ਼ ਕਰਦੇ ਰਹੇ ਹੋ ਨਹੀਂ ਜਿਵੇਂ ਸਰ ਜੀ। ਪੁਲਿਸ ਕਰਦੀ ਹੈ ਉਸ ਤਰ੍ਹਾਂ ਤਫਤੀਸ਼ ਨਹੀਂ ਸਰ। ਕਰਦੇ ਹੋ? ਹੈਂ? ਨਹੀਂ ਸਰ। ਤੇ ਉਹਦੇ ਲਵਾਇਕੀਨ ਨੂੰ ਮਿਲੇ ਹੋ? ਕੋਈ ਗੱਲਬਾਤ ਹੋਈ? ਕਿੱਥੋਂ ਦਾ ਰਹਿਣ ਵਾਲਾ ਸੀ, ਪਤਾ ਕੁਛ? ਨਹੀਂ ਸਰ ਜੀ। ਹਾਂ ਜਵੇਦ, ਤੂੰ ਦੱਸ, ਤੈਨੂੰ ਪਤਾ ਕਿੱਥੇ ਦਾ ਰਹਿਣ ਵਾਲਾ ਸੀ ਉਹ? ਹਾਸਨਪੁਰ ਦਾ। ਹਾਸਲਪੁਰ ਦਾ ਸੀ। ਤੇ ਉਹਦੇ ਤੇ ਬੱਚੇ ਸਨ ਔਰ ਖੁਦ ਉਹ ਹਾਫਜ਼ੇ ਕੁਰਾਨ ਸੀ? ਇਹੀ ਉਹਨਾਂ ਦੇ ਸਾਰੀ ਉਮਰ ਨੌਕਰ ਬਣ ਕੇ ਰਾਂਗੇ ਸਹੀ ਤੇ ਮਾਫੀ ਚਾਹੁੰਦੇ ਉਹਨਾਂ ਕੋਲੋਂ ਮਾਫੀ ਦੇ ਦੇਣ, ਜੋ ਬਣੇਗਾ ਉਹ ਹਾਫਜ਼ੇ ਕੁਰਾਨ ਵੀ ਸੀ? ਬਸ ਇਹੋ ਗੱਲ ਦੀ ਸਰ, ਸਾਡੇ ਕੋਲ ਗਲਤੀ ਹੋ ਗਈ ਹੈ ਬਸ। ਪਹਿਲੇ ਨਹੀਂ ਪਤਾ ਸੀ? ਨਹੀਂ ਸਰ, ਪਹਿਲੇ ਨਹੀਂ ਸੀ। ਬਾਅਦ ਚੋਂ ਪਤਾ ਲੱਗਾ? ਹਾਂ, ਬੜੀ ਵੱਡੀ ਸਰ, ਅਸੀਂ ਤੇ ਮਾਫੀ ਮੰਗਣੇ ਆ, ਸਾਨੂੰ ਰੱਬ ਵੀ ਮਾਫ ਕਰੇ ਤੇ ਉਹਦੇ ਘਰ ਦੇ। ਹੁਣ ਸੁਣਿਆ ਤੁਸੀਂ ਸੁਲ੍ਹਾ ਵਾਸਤੇ 30 ਲੱਖ ਰੁਪਇਆ ਵੀ ਦੇ ਰਹੇ ਹੋ? ਸਰ ਅਸੀਂ ਤੇ ਇੱਥੇ ਹਾਲੀ ਇਹ ਗੱਲ ਨਹੀਂ ਹੋਈ, ਸਾਡੇ ਉਹ ਮੱਥੇ ਹੀ ਨਹੀਂ ਲੱਗੇ ਸਰ ਹਾਲੀ। ਅੱਛਾ, ਨਹੀਂ ਤੁਸੀਂ ਪੁਲਿਸ ਨੂੰ ਕਿਹਾ ਨਾ ਕਿ ਸਾਡੀ ਸੁਲ੍ਹਾ ਕਰਾ ਦਿਓ? ਸਰ ਉਂਝ ਅਸੀਂ ਆਂਦੇ ਰਹਿੰਦੇ ਹਾਂ, ਡਰੇ ਜੋ ਆ, ਰੱਬ ਮਾਫੀ ਲੈ ਦਿਓ ਸਾਡੇ ਕੋਲ, ਜੋ ਉਹਨਾਂ ਦਾ ਬੱਚਿਆਂ ਦਾ ਬਣਦਾ ਹੈ ਅਸੀਂ ਦਿਆਂਗੇ। ਅੱਛਾ, ਹਾਂ ਵੀ ਤੇਰਾ ਕੀ ਨਾਮ ਹੈ? ਮੇਰਾ ਨਾਮ ਜੀ ਮੁਹੰਮਦ ਬੂਟਾ ਬੂਟੇ? ਜੀ। ਤੂੰ ਕਿੱਥੇ ਦਾ ਰਹਿਣ ਵਾਲਾ ਹੈ? ਮੈਂ ਜੀ ਹਾਜੀ ਕੋਲ ਕਾਲਾ ਸੇ ਰੋਡ। ਕਾਲਖਤਾਈ ਰੋਡ। ਤੂੰ ਕੀ ਕੰਮ ਕਰਦਾ ਹੈ? ਮੈਂ ਮਿਸਤਰੀਆਂ ਦਾ ਕੰਮ ਕਰਦਾ। ਹੈਂ? ਮਿਸਤਰੀਆਂ ਦਾ ਕੰਮ ਕਰਦਾ। ਮਿਸਤਰੀਆਂ ਦਾ? ਤੇ ਇੱਥੇ ਹਵੇਲੀ 'ਚ ਕੀ ਕਰ ਰਿਹਾ ਸੀ? ਮੈਂ ਇਹਨਾਂ ਦਾ ਘਰ ਬਣਾਇਆ ਸੀ ਅੱਛਾ। ਤੇ ਉਹਨਾਂ ਪਹਿਲੇ ਇੱਕ ਦਿਨ ਗੱਲ ਹੋਈ ਸੀ ਮੇਰੀ, ਮੈਂ ਇਹਨਾਂ ਕੋਲੋਂ ਪੈਸੇ ਲੈਣੇ ਸਨ। ਉਹ ਮੈਂ ਫਿਰ ਪੈਸੇ ਲੈਣ ਗਿਆ ਨਾ, ਮੈਨੂੰ ਉਸ ਦਿਨ ਫੋਨ ਕਰਕੇ ਆਖਿਆ ਕਿ ਅੱਜ ਨਹੀਂ ਕੱਲ੍ਹ ਆ ਜੀ ਪੈਸੇ ਲੈ। ਉਹ ਅੱਗੇ ਜਾਂਦਿਆਂ ਸਾਰਾ ਵਕੂਆ ਆਇਆ ਸੀ। ਮੈਂ ਘਰ ਦੇ ਕੋਲ ਨਾ ਮੋਟਰਸਾਈਕਲ ਕੀ ਵਕੂਆ ਆਇਆ ਸੀ? ਵਕੂਆ ਦੱਸ ਨਾ। ਇਹ ਜਿਹੜਾ ਕੋਈ ਦੱਸ ਰਿਹਾ ਹੈ ਨਾ, ਤੂੰ ਮੈਂ- ਦੱਸ ਦੇ ਨਾ, ਆਪਣੀ ਸਰ ਜ਼ੁਬਾਨੀ ਮੈਂ ਦੱਸ। ਦੱਸਣ ਲੱਗਾ ਨਾ ਕਿ ਮੈਂ ਗਿਆ ਵਾਂ ਇਹਨਾਂ ਦੇ ਘਰ ਦੇ ਕੋਲ ਗੱਡੀ ਖਿਲਾਰੀ ਹੈ। ਮੈਂ ਤਕਰੀਬਨ ਜਿੱਥੇ ਇਹਨਾਂ ਗੱਡੀ ਖਿਲਾਰੀ ਹੈ ਨਾ, ਉਹ ਵਿੱਚ ਬੰਦਾ ਬਿਠਾਇਆ ਡੈਡ ਬਾਡੀ ਨਾਲੇ ਬੈਠੇ ਸਨ। ਮੈਨੂੰ ਕੋਈ 100 ਗਜ਼ ਦਾ ਕਹਿ ਲਓ ਕੋਈ ਫਾਸਲਾ ਹੈਗਾ। ਮੈਂ ਘਰ ਦੇ ਕੋਲ ਖਲੋਤਾ, ਮੈਨੂੰ ਆਵਾਜ਼ ਮਾਰੀ ਬੋਰ ਦੇ ਕੋਲ। ਆਵਾਜ਼ ਮਾਰ ਕੇ ਮੈਨੂੰ ਵਿੱਚ ਬਿਠਾ ਲਿਆ। ਮੈਂ ਕਿ ਸ਼ਾਇਦ ਕੋਈ ਸਮਾਨ ਲੈਣ ਜਾਣਾ। ਮੈਂ ਪਿੱਛੇ ਨਹੀਂ ਦੇਖਿਆ। ਠੀਕ ਹੈ। ਠੀਕ ਹੈ ਜੀ। ਪਿੱਛੇ ਉਹ ਡੈਡ ਬਾਡੀ ਸੀ ਤੇ ਇਹ ਬੰਦਾ ਮਸ਼ਹੂਰ ਸੀ। ਮੈਨੂੰ ਵਿੱਚ ਬਿਠਾਇਆ। ਜਦੋਂ ਮੈਂ ਉਹਨਾਂ ਕੋਲ 2 ਕਿੱਲੇ ਗੱਡੀ ਅੱਗੇ ਗਈ, 1-2 ਏਕੜ, ਉਸ ਵੇਲੇ ਮੈਂ ਪਿੱਛੇ ਦੇਖਿਆ।
ਅੱਛਾ ਫਿਰ ਉਹ ਜਿਸਲੇ ਮੈਂ ਦੇਖਿਆ ਮੈਂ ਹਾਰਟ ਦਾ ਮਰੀਜ਼ ਹਾਂ, ਮੈਂ ਪਰੇਸ਼ਾਨ ਹੋ ਗਿਆ। ਮੈਂ ਕਿ ਯਾਰ ਇਹ ਕੀ ਹੋਇਆ ਨਾ ਯਾਰ, ਹੁਣ ਇਹ ਮਸਲਾ ਹੋ ਗਿਆ ਤਾਂ ਹੁਣ ਤੂੰ ਚੁੱਪ ਕਰ ਜਾ, ਹੂੰ ਠੀਕ ਹੈ। ਤੇ ਇਹਨੂੰ ਅਸੀਂ ਉੱਥੇ ਛੱਡ ਗਏ ਅੱਛਾ ਤੇ ਮੈਨੂੰ ਫਿਰ ਰਸਤੇ 'ਚ ਪਿੱਛੇ ਲਾ ਗਏ। ਅੱਛਾ। ਤੋੜ ਨਹੀਂ ਲਗਾ। ਪਿੱਛੇ ਲਾ ਕੇ ਤੈਨੂੰ ਫੋਨ ਵੀ ਫੜਾ ਗਏ ਸਨ ਹਾਂਜੀ, ਮੈਨੂੰ ਫੋਨ ਕੀਤਾ। ਤੇ ਤੈਨੂੰ ਉਹ ਕਿਉਂ ਫੜਾ ਗਏ ਸਨ? ਹਾਂਜੀ, ਫੋਨ ਕਿਉਂ ਫੜਾ ਗਏ ਸਨ? ਕਿਉਂਕਿ ਇਹਨਾਂ ਨੂੰ ਪਤਾ ਸੀ ਫੋਨ ਵਾਲਾ ਆਇਆ, ਫੋਨ ਫੜ ਲਓ ਤੇ ਇੱਥੇ ਖਲੋ ਜਾਓ। ਅੱਛਾ ਠੀਕ ਹੈ ਜੀ। ਮੈਂ ਉੱਥੇ ਖਲੋਤਾ ਰਿਹਾ। ਹੂੰ ਉਸ ਤੋਂ ਬਾਅਦ 15 ਕੁ ਮਿੰਟਾਂ ਬਾਅਦ ਆਏ ਨੇ ਵਾਪਸ, 15-20 ਮਿੰਟ ਬਾਅਦ ਫਿਰ ਮੈਨੂੰ ਨਾਲ ਲਿਆਉਣ ਤੋਂ ਵਾਪਸ ਆ ਗਏ। ਹੂੰ ਤੇ ਇਹ ਕੈਸੇ ਲੋਕ ਨੇ ਜਿਨ੍ਹਾਂ ਨਾਲ ਤੂੰ ਕੰਮ ਕਰਦਾ ਰਿਹਾ? ਲੋਕ ਜਿਹੜੇ ਨੇ, ਮੈਂ ਤਾਂ ਪਹਿਲੀ ਵਾਰੀ ਇਹਨਾਂ ਦਾ ਕੰਮ ਕੀਤਾ। ਆਹੋ ਤੇ ਕੈਸੇ ਲੋਕ? ਮੇਰੇ ਨਾਲ ਤਾਂ ਠੀਕ ਚੱਲਦੇ ਸਨ। ਅੱਛਾ ਠੀਕ ਹੈ ਜੀ। ਮੈਂ ਤਾਂ ਤੂੰ ਕਿਸ ਤਰ੍ਹਾਂ ਗਿਆ ਸੀ ਇਹਨਾਂ ਕੋਲ ਪਹਿਲੀ ਵਾਰੀ ਕੰਮ? ਪਹਿਲੇ ਇਹਨਾਂ ਦੇ ਇੱਕ ਅਜ਼ੀਜ਼ ਸਾਨੂੰ ਉਹਨਾਂ ਦੇ ਘਰ ਬਣਾਇਆ। ਅੱਛਾ ਠੀਕ ਹੈ, ਉਹਨਾਂ ਮੈਨੂੰ ਭੇਜਿਆ। ਉਹ ਜਿਹੜੇ ਮਨਸ਼ਿਆਤ ਵੇਚਦੇ ਨੇ? ਨਹੀਂ, ਉਹ ਨਹੀਂ ਵੇਚਦੇ। ਕਿਹੜੇ ਵੇਚਦੇ ਨੇ ਮਨਸ਼ਿਆਤ? ਮੈਨੂੰ ਉਹਨਾਂ ਦਾ ਪਤਾ ਹੀ ਨਹੀਂ। ਮੈਂ ਤੇ ਕਹਿ ਲਓ ਕਿ ਭੜਤ ਪਿੰਡ ਦੇ ਵਿੱਚ ਇੱਕ ਘਰ ਬਣਾਇਆ ਸੀ। ਅੱਛਾ ਉਹ ਅੱਛੇ ਬੰਦੇ ਹਨ। ਉਹਨਾਂ ਆਖਿਆ ਯਾਰ ਸਾਡੇ ਆਪਣੇ ਅਜ਼ੀਜ਼ ਨੂੰ ਜਦੋਂ ਇਹਨਾਂ ਦਾ ਘਰ ਬਣਾ, ਮੈਂ ਕਿਹਾ ਠੀਕ ਹੈ, ਹਾਂ ਮਜ਼ਦੂਰੀ ਕਰਨੀ ਹੈ। ਹੂੰ ਬਸ ਇਹ ਮਾਮਲਾ ਦੇ ਵਿੱਚ। ਇਹ ਮਾਮਲਾ ਤਾਂ ਹੋਇਆ। ਅੱਛਾ ਜਵੇਦ ਦਾ ਦੱਸ ਕਿ ਇਹਨੂੰ ਜਦੋਂ ਉੱਥੇ ਲੈ ਕੇ ਗਿਆ ਤੇ ਤੂੰ ਫੋਨ ਕਿਉਂ ਇਹਨਾਂ ਨੂੰ ਫੜਾਤੇ ਸਨ? ਸਰ ਜੀ ਇਹ ਸੁਣਿਆ ਹੈ ਵੀ ਉੱਥੇ ਫੋਨ ਟਰੇਸ ਹੋ ਜਾਂਦੇ ਨੇ, ਐਵੇਂ ਕੋਈ ਕਾਰਡ ਨਿਕਲ ਆਉਂਦਾ ਕੋਈ ਕਾਰਡ ਸਰ, ਨਿਕਲ ਇਹ ਆਉਂਦਾ। ਡਰ ਦੀ ਵਜ੍ਹਾ ਤੇ ਤੋਂ। ਇਹ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰ ਜੀ ਮੈਂ ਇੰਨਾ ਟੈਕਨੀਕਲ ਤੂੰ ਕਿਸ ਤਰ੍ਹਾਂ ਹੋ ਗਿਆ? ਮੱਝਾਂ ਚਰਾਉਣ ਵਾਲਾ ਜਾਂ ਸੁਣਾਣਾ ਸਰ, ਇਹੀ ਵੇਖ ਕਿੱਦਣ ਮੱਝਾਂ ਖੁੱਲੀਆਂ ਨਾ ਹੂੰ ਕਿਹੜਾ ਮੌਲਵੀ ਲਤੀਫ ਨਹੀਂ, ਉਹਨੇ ਸਾਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਇੱਥੇ ਉਹ ਲੈਪਟਾਪ ਵਾਲਾ ਲਿਆਓ, ਹੂੰ ਇੱਥੇ ਕਿਹੜਾ ਫੋਨ ਰਾਤ ਨੂੰ ਚੱਲਿਆ ਹੋਏਗਾ ਨਾ, ਉਹ ਸਾਰਾ ਠੀਕ ਹੈ ਸਿੱਧਾ ਆ ਜਾਏਗਾ ਮਾਮਲਾ। ਠੀਕ ਹੈ। ਉਹ ਇਸ ਵਜ੍ਹਾ ਸਾਰਾ ਜ਼ੇਨ 'ਚ ਗੱਲ ਆਈ। ਉਹ ਜ਼ੇਨ ਚ ਆਈ ਗੱਲ ਤੇ ਬੜੀ ਸਹੀ ਤੇਰੇ ਜ਼ੇਨ ਚ ਆਈ। ਜ਼ਹੀਨ ਆਦਮੀ ਹੈ ਤੂੰ। ਸਰ ਉਹ ਮੌਲਵੀ ਨੇ ਜੋ ਕੀਤੀ ਤਾਂ ਫਿਰ ਅਸੀਂ ਵੀ ਅੱਛਾ। ਉਹ ਸੋਚਿਆ ਫਿਰ ਤੇ ਉਹ ਪੁਲਿਸ ਵਾਲਾ ਤੇਰਾ ਕਿਹੜਾ ਵਾਕਫ ਮੇਰਾ ਸਰ ਕੋਈ ਨਹੀਂ। ਜਿਹੜਾ ਉੱਥੇ ਜਿਹਨੇ ਪਰਚਾ ਵੀ ਦਿੱਤਾ, ਜਿਹਦੇ ਨਾਲ ਤਫਤੀਸ਼ ਵੀ ਤੂੰ ਕਰਦਾ ਰਿਹਾ ਸ਼ੇਖੂਪੁਰੇ ਦੇ ਵਿੱਚ, ਕੀ ਨਾਮ ਹੈ ਉਹਦਾ? ਤਫਤੀਸ਼ ਕਰਦੇ ਨੇ। ਆਹੋ ਜਦੋਂ ਉਹਦੀ ਡੈੱਡ ਬਾਡੀ ਮਿਲ ਗਈ ਉੱਥੇ ਪਰਚਾ ਹੋ ਗਿਆ ਸ਼ੇਖੂਪੁਰੇ ਦੇ ਵਿੱਚ, ਤੇ ਉਹ ਇੱਕ ਬੰਦਾ ਪੁਲਿਸ ਵਾਲਾ ਤੇਰਾ ਵਾਕਫ ਹੈ ਨਾ ਜਿਹਨੇ ਤੈਨੂੰ ਦੱਸਿਆ ਸਾਰਾ ਕੁਝ, ਉਹਦਾ ਨਾਂ ਤੇ ਲੈ ਨਾ, ਕੌਣ ਸੀ ਉਹ? ਸਰ ਜੀ ਉਹ ਰਾਣਾ ਉਹਦਾ ਨਾਂ ਹੈ ਸਰ। ਮੇਰਾ ਨਾ ਕਰਾਂ ਬੋਰ ਤੇ ਪਾਣੀ ਲਾਇਆ ਸੀ, ਚਾਚੇ ਦੇ ਪੁੱਤਰਾਂ ਦਾ ਪੁਲਿਸ ਉਹ ਕੀ ਸਬ ਮੁਕਾਬਲਾ ਹੋ- ਇੰਸਪੈਕਟਰ ਹੈ? ਹਾਂਜੀ, ਚਾਚੇ ਦੇ ਪੁੱਤਰਾਂ ਦਾ ਨਾ ਪੁਲਿਸ ਮੁਕਾਬਲਾ, ਉਦੋਂ ਇਸ਼ਤਿਹਾਰੀ ਹਨ। ਇਹਨਾਂ ਦਾਦੇ ਮੇਰੇ ਦੇ ਭਰਾ ਦੇ ਪੋਤਰੇ ਹਨ। ਅੱਛਾ ਤੇ ਉੱਥੇ ਮੈਂ ਵੀ ਹਾਂ ਸਰ, ਉਦੋਂ ਉਹਨੇ ਵੀ ਮੇਰੀ ਲੱਤ 'ਚ ਫੈਰ ਮਾਰਿਆ ਸੀ। ਉਹ ਪੁਲਿਸ ਵਾਲੇ ਨੇ? ਹਾਂ। ਕੀ ਨਾਂ? ਰਾਣਾ? ਰਾਣਾ ਉਹਨੂੰ ਆਨੇ ਆਹੀ ਤੇ। ਅੱਛਾ। ਆਹ ਤੇ ਉਹ ਸਰ ਮੇਰੀ ਲੱਤ 'ਚ ਵੀ ਫੈਰ ਮਾਰਿਆ ਸੀ, ਤੇ ਉਹ ਦੋ ਮੇਰੇ ਚ ਤਾਏ ਦੇ ਪੁੱਤਰ ਲੱਗਦੇ ਹਨ, ਦਾਦੇ ਦੇ ਭਰਾ ਦੇ ਪੋਤਰੇ, ਉਹ ਵੀ ਦੋ ਉਹਨੇ ਕਤਲ ਕੀਤੇ ਹਨ ਉਦੋਂ। ਅੱਛਾ ਹਾਂ, ਉਹਨੂੰ ਅਸੀਂ ਸਰ ਰਾਣਾ ਨਾਨਾ ਸੱਦਨੇ, ਤੇ ਉਹਨੂੰ ਆਹ ਫੋਨ ਕੀਤਾ, ਉਹਨੂੰ ਫੋਨ ਇਹ ਕੀਤਾ ਸੀ ਵੀ ਇਹੀ ਉਹ ਫੜੇ ਕਿ ਮਦਦ ਕਰੇ ਤੁਹਾਡੀ ਉਹ? ਸਰ ਉਹਨੂੰ ਇਹ ਦੱਸਿਆ ਸੀ ਵੀ ਇਹੀ ਚੋਰ ਫੜੇ ਨੇ ਤੇ ਉਹ ਲੈ ਜਾਓ। ਫਿਰ ਕਿਦੋਂ ਉੱਥੇ ਜਾ ਕੇ ਸੁੱਟ ਕੇ ਆਏ ਨਾ, ਫਿਰ ਉਹਨੂੰ ਦੱਸਿਆ। ਅੱਛਾ ਫਿਰ ਉਹਨੇ ਕੀ ਕੀਤਾ? ਪਿੱਛੋਂ ਸਰ ਉਹਨੇ ਜੋ ਕੀਤਾ ਇਹ ਨਹੀਂ ਪਤਾ ਸਰ। ਅੱਛਾ ਉਹਨੂੰ ਕੋਈ ਪੈਸੇ ਵੈਸੇ ਵੀ ਦਿੱਤੇ ਸਰ? ਨਹੀਂ ਸਰ, ਪੈਸੇ ਨਹੀਂ ਆਉਂਦੇ। ਉਹਨੇ ਕੋਈ ਪੈਸੇ ਨਹੀਂ ਲਏ? ਨਹੀਂ, ਮੰਨ ਨਹੀਂ ਕਰਾਂਗੇ। ਕੇਸ ਨੂੰ ਠੱਪ ਕਰਨ ਵਾਸਤੇ, ਕੁਛ ਕਰਨ ਵਾਸਤੇ ਕੋਈ ਪੈਸੇ ਨਹੀਂ ਨਹੀਂ? ਸਰ, ਕੋਈ ਉਹ ਵੈਸੇ ਉਹਨੇ ਮਦਦ ਕੀਤੀ ਅੱਲਾ ਵਾਸਤੇ ਤੁਹਾਡੀ? ਬਸ ਸਰ ਉਹ ਹੌਲੀ ਹੌਲੀ ਫਿਰ ਉਹ ਕਿਤੋਂ ਖੈਰ ਵੱਜਾ ਸਰ, ਉਹ ਦੋਸਤ ਬਣ ਗਿਆ ਥੋੜਾ ਫਿਰ। ਅੱਛਾ ਤੇ ਦੋਸਤੀ ਦੇ ਵਿੱਚ ਫਿਰ ਕੁਝ ਬੰਦਾ ਮਦਦ ਵੀ ਤਾਂ ਕਰਦਾ ਨਾ, ਕੋਈ ਪੈਸੇ ਦੇ ਦਿੱਤੇ? ਨਹੀਂ ਸਰ, ਮੰਨੀ ਗੱਲ। ਕੋਈ ਡੰਗਰ ਦੇ ਦਿੱਤਾ ਉਹਨੂੰ? ਨਹੀਂ, ਕੋਈ ਪੈਸੇ ਕੋਈ ਡੰਗਰ ਨਹੀਂ ਦਿੱਤਾ। ਅੱਛਾ ਤੇ ਥਾਣੇ ਦੇ ਵਿੱਚ ਨਹੀਂ ਤੁਸੀਂ ਗਏ, ਸਿਰਫ ਉਹਨੂੰ ਰਾਣੇ ਨੂੰ ਤੁਸੀਂ ਦੱਸਿਆ? ਹਾਂ, ਉੱਥੇ ਰੱਖ ਕੇ ਨਾ ਸੜਕ ਦੇ ਨਾਲ ਜਗ੍ਹਾ ਸੀ ਥੋੜੀ ਜੀ ਵਧੀ ਸੀ, ਉੱਥੇ ਹੀ ਉਹਨੂੰ ਰੱਖ ਕੇ ਤੇ ਪਿਛਾਂਹ ਮਾਰਿਆ। क्या हुआ हाफिज रियाज के साथ? सर जी उन्होंने ना हम पे भैंस चोरी का इल्ज़ाम लगाया था, तो उन्होंने कहा था कि आपने कल रोज़ा नहीं रखना, तो हमने फिर भी रोज़ा रखा। फिर उन्होंने करीबन 7:30-8 के करीब हमें बुलाया, हमें बुला के नीचे बुलाया, तो मुझे ऊपर ले गए, हाफिज़ साहब को नीचे उन्होंने, तो फिर हमें यानी तशद्दुद करना शुरू कर दिया। उन्होंने काफ़ी मारा हाफिज़ साहब को, काफ़ी डंडों से, बेल्टों वगैरह से इतना मारा कि हाफिज़ साहब की चीखें थी और कहते थे मैंने चोरी नहीं की, रोते थे, तड़पते थे, तो वो कहते थे नहीं तू मान। आखिरकार कितना मारा हाफिज़ साहब, मार के डर से तंग आके ना कहते मैंने की है, मुझे टाइम दे दो, मैं आप लोगों की या तो भैंसें दे दूँगा, कहीं से भी ऐसी ला के वैसी भैंसें ला के दे दूँगा, या फिर पैसे आप लोगों को दे दूँगा।
आखिरकार के हाफिज़ साहब जिस टाइम निडाल हो गए, खून ब्लड सारी जगह पे हो गए, उनके बैक साइड सारी ब्लड से भर गई थी। कोई जिस्म का ऐसा हिस्सा नहीं बैक साइड या आगे से रह गए जहाँ पे उनको चोट ना लगी हो। और वो तशद्दुद की इस हालत में थे कि वो बैठ भी नहीं सकते थे। ये लोग मुझे कहते थे इसे बिठा, जब मैं उन्हें बिठाता था वो गिर जाते थे, तो मुझे ये फिर गालियाँ देते थे कि इसे बिठा, तो मैंने नहीं बिठा पा रहा था क्योंकि मुझे खुद को काफ़ी ज़ख्मी था। आप पे भी तशद्दुद किया? हाँ जी, मेरी उंगली वगैरह तोड़ दी थी। जो मुलजमान हैं वो कहते हैं कि हमारे जानवर चोरी हो गए, गाय और एक भैंस जो है वो चोरी हो गई, तो हम उस पे शक करते हैं मकतूल पे, तो इसलिए उसको हम थोड़ा तशद्दुद करते हैं, फिर उसको मेडिसिन भी लेके देते हैं, इंजेक्शन भी लेके देते हैं, लेकिन वो बच नहीं पाता। तो क्या किसी को ये हक हासिल है कि घर में चोरी हो जाए, उसके कोई मवेशी चोरी हो जाए तो उसको इस तरह से तशद्दुद का निशाना बनाया जाए? कानून तो मौजूद है, उसकी FIR करवाते, अगर उस पर शक था तो उसे गिरफ्तार करवाते। सर ये बात तो ये बिल्कुल झूठ बोलते हैं, ये कोई क्रिमिनल है, ये 6 लोग ही मनशात फरोश हैं और बार ये जेल जा चुके हैं। जो परवेज़ जेडू नामी शख्स है, इसका ये एक साकब बेटा है और इसका एक भतीजा जो ये जवेद है, ये पुलिस मुकाबले पे मुलज़म है। ये बिल्कुल झूठ पे ये बात कर रहे हैं कि जी हमारी भैंसें चोरी हो गई। मकतूल हाफिज़ रियाज का साथी जो उसके साथ जालिमों की मार तशद्दुद बर्दाश्त करता रहा, वो हमारे साथ है। किस तरह से उसको तशद्दुद का निशाना बनाया, किस तरह से उसकी जान गई, चश्मदीद गवाह भी है पुलिस का। सारे मामले को, सारे हक़ाइक़ को ये जानता है, इसने अपनी आँखों से देखा है। क्या हुआ, किस तरह से हुआ, इसकी ज़ुबानी सुनते हैं। क्या नाम है आपका? असमत। क्या हुआ हाफिज़ रियाज के साथ? सर ये उन्होंने ना हम पे भैंस चोरी का इल्ज़ाम लगाया था, फिर तो उन्होंने कहा था कि आपने कल रोज़ा नहीं रखना। अच्छा। तो हमने फिर भी रोज़ा रखा। अच्छा। तो फिर उन्होंने करीबन 7:30-8 के करीब हमें बुलाया, हमें बुला के नीचे बुलाया, तो मुझे ऊपर ले गए, हाफिज़ साहब को नीचे उन्होंने, तो फिर हमें यानी तशद्दुद करना शुरू कर दिया। उन्होंने काफ़ी मारा हाफिज़ साहब को, काफ़ी डंडों से, बेल्टों वगैरह से इतना मारा कि हाफिज़ साहब की चीखें थी और कहते थे मैंने चोरी नहीं की, रोते थे, तड़पते थे, तो वो कहते थे नहीं तू मान। आखिरकार कितना मारा हाफिज़ साहब, मार के डर से तंग आके ना कहते मैंने की है, मुझे टाइम दे दो, मैं आप लोगों की या तो भैंसें दे दूँगा, कहीं से भी ऐसी ला के वैसी भैंसें ला के दे दूँगा, या फिर पैसे आप लोगों को दे दूँगा। ठीक है। तो उन्होंने कहा नहीं हमें चोर दो जिससे करवाइए। वो कहते हैं नहीं तुम्हें पैसों से मतलब मैं पैसे दे दूँगा। हमने भी कहा कि छोड़ दो हमें, पाँव पकड़े, काफ़ी कुछ किया, उनके छोड़ दो हमें, लेकिन उन्होंने नहीं छोड़ा। आखिरकार के हाफिज़ साहब जिस टाइम निडाल हो गए, खून ब्लड सारी जगह पे हो गए, उनके बैक साइड सारी ब्लड से भर गई थी। तो कोई जिस्म का ऐसा हिस्सा नहीं बैक साइड या आगे से रह गए जहाँ पे उनको चोट ना लगी हो। और वो तशद्दुद की इस हालत में थे कि वो बैठ भी नहीं सकते थे। ये लोग मुझे कहते थे इसे बिठा, जब मैं उन्हें बिठाता था वो गिर जाते थे, तो मुझे ये फिर गालियाँ देते थे कि इसे बिठा, तो मैंने नहीं बिठा पा रहा था क्योंकि मुझे खुद को काफ़ी ज़ख्मी था। आप पे भी तशद्दुद किया? हाँ जी, मेरी उंगली वगैरह तोड़ दी थी, तो काफ़ी तशद्दुद किया था मुझ पे भी। तो फिर हाफिज़ साहब मुझे कहते थे मुझे पानी पिला, जब मैं पानी इनको पिलाने लगता तो वो गालियाँ देते थे, मारते थे कि इसको पानी पिलाना नहीं है। तो काफ़ी ऐसा करते रहे। आकर के उन्होंने एक डॉक्टर वगैरह भी बुलाया, उसको इंजेक्शन वगैरह हमारी दवाई करवाने की कोशिश की, जब देखा उन्होंने कि वो मरने की हालत में चला गया, तो लेकिन नहीं, जबकि लेट हो चुकी थी। उस टाइम के मुंह में जब उन्होंने कहा ना इसे पानी पिला, तो वो पानी डालते थे बिगड़ जाता था। हाफिज़ साहब उस टाइम ख़त्म हो चुके थे। अच्छा। तशद्दुद जो है वो सारे जिस्म पे था, बुरी तरह ज़ख्मी था? बुरी तरीके से उन्होंने उनको बांधा था, हाथ पाँव उल्टे तरीके से, और हाथ पाँव के दरमियान से डंडा गुजार के उन्हें उल्टा फेंक के उनके ऊपर तशद्दुद करते हैं, बेल्टों से, डंडों से, जो उनसे लगा उन्होंने मारा। अच्छा। और चोरी भी उसने नहीं की जो उस पर ज़बरदस्ती डाली गई? हाँ जी, उसने चोरी नहीं की। वो हाफिज़ साहब तो इंतहाई अच्छे इंसान थे। हमें सबको लेबर को सुबह टाइम कुरान शरीफ पढ़ाते होते थे, नमाज़ पढ़ाते थे, और वो हत्ता कि शाम को जब उनकी शाम होती थी, तरावियों का टाइम रमज़ान था, तो उनके बेटे थे 10 साल के, वो तरावियाँ पढ़ाता था, तो वो उनकी तरावियाँ डेली सुना करते थे, उन्हें कॉल कर लेते थे, कॉल करके उनका फ़ोन पास रखवा देते थे, और वो अपने फ़ोन से उनकी तरावियाँ सुनते थे, और अपने बेटे को समझाया करते बेटा कि 4 गलती के अलावा पूरे कुरान शरीफ में अभी गलतियाँ ना आए। ये वो इंतहाई शरीफ इंसान थे। अच्छा। उनके जो भाई हैं जो मुकदमे के मुद्दई हैं, वो भी बड़ा गरीब आदमी है। वो बहुत गरीब इंसान है, हत्ता कि उनके पास तो किराया भी नहीं था कि वो हमारे तक आ जाते, तो बहुत इंतहाई गरीब, और भाई भी इंतहाई शरीफ इंसान है।
और हमारे साथ काफ़ी अरसे से हाफिज़ साहब काम कर रहे हैं। आज तक हाफिज़ साहब के हमने मुंह से कोई गलत बात नहीं सुनी, तो फिर चोरी तो बहुत दूर की बात है। अच्छा, तो आप अब गवाही भी दे रहे हैं, पुलिस को बयान भी दे रहे हैं, डर तो नहीं आपको है कि मुलजमान बड़े जालिम हैं? नहीं, डर तो बस अब हम हाफिज़ साहब को बचा ना सके उनके हाथों, तो वो हमारी बेबसी थी, लेकिन अब हम उनको इंसाफ तो दिला सकते हैं। हम इंशाल्लाह इंसाफ दिलाएंगे उनको, हम उनके साथ खड़े हैं जहाँ तक हो सके। अल्लाह खैर करेगा। हम यही चाहते हैं कि हाफिज़ साहब को इंसाफ मिले। अब वो ज़िंदगी में तो नहीं रहे, लेकिन हम यानी किसी के डर और दबके से डर के आने या उनके बच्चों के साथ नाइंसाफ़ी नहीं करना चाहते कि उनके बच्चों को हम इंसाफ न दिला सके। हमारी दिली ख्वाहिश है कि हाफिज़ साहब के साथ इंसाफ हो। अल्लाह आपकी इसमें मदद भी करे। ये था जी वो चश्मदीद गवाह जिसने पुलिस को भी और सबको ये चीज़ बताई कि किस तरह से मुलजमान बेईमाना तशद्दुद का निशाना बनाते रहे हाफिज़ रियाज़ को, किस तरह से वो इस बात का एतराफ़ करता रहा कि उसने चोरी नहीं की, फिर भी इसके बावजूद वो जो भैंसों की मालियत है, भैंसों की रकम है, वो उनको अदा करने के लिए तैयार है। और उसका ये भी कहना था कि इस कदर तशद्दुद का निशाना बनाया कि सारे जिस्म पे मुख्तलिफ़ किस्म के ज़ख्मों के निशान थे। डंडों से मारा, बेल्टों से मारा, उल्टा लटकाया, हाथ पांव बांधे। लेकिन मुलजमान बड़ी दीदा दिलेरी से कहते हैं कि जब उन्होंने तशद्दुद किया तो हाफिज़ रियाज़ जो मकतूल है वो एतराफ़ कर चुका था। हकीकत ये नहीं है। पुलिस की इन्वेस्टिगेशन भी कहती है कि पूरा ख़ानदान हाफिज़ रियाज़ का किसी क्रिमिनल एक्टिविटी में मुलव्वस नहीं था, बल्कि इंतहाई शरीफ आदमी और हाफ़िज़ कुरान था, जिसके 4 बच्चे, जिसमें एक 10 साला बच्चा था जो वो भी हाफ़िज़ कुरान था। जो साथ काम करने वाले लोग थे, वर्कर थे, उनको भी ये दीन की और नमाज की तरगीब देता था। यही एक कैंट के जो तफ्तीश के मेंबर हैं अफजाल डोगर साहब, ये भी हमारे साथ हैं। इनसे पूछते हैं कि किस तरह से मुलजमान की गिरफ़्तारी को यकीनी बनाया गया और किस तरह से कत्ल की इन्होंने वारदात की और फिर ये गिरफ़्तार कैसे हुए। अफजाल साहब बताइएगा कि एक मेहनतकश और एक मेहनत मजदूरी करने वाला शख्स जो है, ये मुलजमान उसको कत्ल कर देते हैं और उसकी डेड बॉडी को फेंक देते हैं। किस तरह से आप तक पहुँचे, मतलब इनको मुलजमान को कैसे पकड़ा गया और फिर तफ्तीश आपके पास आई? जी बिल्कुल जी, ये तफ्तीश 1153/23 365 का मुकदमा थाना मुगलपुरा में दर्ज हुआ था और उसकी 10 तारीख को तफ्तीश जो है ट्रांसफ़र होकर बदरिया बोर्ड डीएसपी साहब के पास आती है। डीएसपी साहब जो है सी कैंट हैं, वो इसकी टीम तश्कील देते हैं और उस टीम का एक मैं भी मेंबर हूँ। हम ऐसे शुरू करते हैं कि ये मुगलपुरा में एक हाउस था, यहाँ पे ये जो हाफिज़ रियाज़ नामी शख्स जो कत्ल हुआ मकतूल था, वो कत्ल हुआ है, तो उसको ये लोग ना अगवा करके यहाँ से मुगलपुरा से ले जाते हैं। तो फर्स्ट तरीक़ाकार जो तफ्तीश का है, हम वहाँ मौके पे पहुँचते हैं, तो मौके से वो मलक नामी शख्स को हम इंटरोगेट करते हैं, उससे पूछते हैं। तो वो कहते हैं एक गाड़ी में सफ़ेद रंग की गाड़ी थी करोला, जिसमें ये 3 लोग आए थे जो उसको हाफिज़ रियाज़ नामी मकतूल को ले गए। ठीक है, हम उस गाड़ी का पीछा करने का तरीका जो है वो वही टेक्नोलॉजी से हम उसकी एफर्ट शुरू करते हैं और सर उसको सेफ सिटी से ट्रेस करते हैं, तो गाड़ी का नंबर हमें आ जाता है, हमारे पास आ जाता है। ठीक है, और जब गाड़ी का नंबर आता है तो वो साकब के नाम पे होता है, साकब सन ऑफ जवेद, जो बल्कि का रहने वाला इलाका थाना फरोज़ा। ठीक है, और हम उसकी सीढ़ियाँ लेते हैं और जो मकतूल है उसका नंबर भी वहीं बंद होता है। ठीक है, हम इन दोनों कड़ियों को मिला के वहाँ पहुँचते हैं। ठीक है, वो पहुँचने के बाद हम जाके उसको मौका मुलाजा करते हैं, तो वहाँ से हमें पता लगता है कि ये इनके दरवाजे वगैरह बंद हैं। वहाँ जो है हमारा शक है वो और कंफर्म हो जाता है। ठीक है, वहाँ से हम तफ्तीश का आगाज़ करते हैं और इन तमाम लोगों की जो है ना वो CDRs लेते हैं और CDRs में इनका जो है ना उसी 6 तारीख को ही, ये 5 तारीख को लाहौर से अगवा करके लेके जाते हैं और 6 तारीख को ये उसको मार देते हैं। तशद्दुद इतना करते हैं कि वहाँ इतना तशद्दुद होता है उस बेचारे पे, मजदूर पे, उसको ये मार कर जो है ना वो सफदराबाद के इलाके में लाश फेंकते हैं। तो CDR भी हमें तमाम मुलजमान की बताती है। फिर हम जाके मोटरवे से उसका जो है गाड़ी का रिकॉर्ड लेते हैं, फिर गाड़ी जाना सफदराबाद साबित हो जाती है। उस तरीके से हम फिर वहाँ से तफ्तीश शुरू करके इनकी CDR से हम उनको गिरफ्तार करते हैं। ठीक है, अच्छा अफजाल साहब ये बताएं कि जो मुलजमान हैं वो कहते हैं कि हमारे जानवर चोरी हो गए, गाय और एक भैंस जो है वो चोरी हो गई, तो हम
उस पर शक करते हैं मकतूल पे, तो इसलिए उसको हम थोड़ा तशद्दुद करते हैं, फिर उसको मेडिसिन भी लेके देते हैं, इंजेक्शन भी लेके देते हैं, लेकिन वो बच नहीं पाता। तो क्या किसी को ये हक हासिल है कि उसके कोई घर में चोरी हो जाए, उसके कोई मवेशी चोरी हो जाए तो उसको इस तरह से तशद्दुद का निशाना बनाया जाए? कानून तो मौजूद है, उसकी FIR करवाते, अगर उस पर शक था तो उसे गिरफ़्तार करवाते। सर ये बात तो ये बिल्कुल झूठ बोलते हैं, ये कोई क्रिमिनल है, ये 6 लोग ही मंशियात फरोश हैं और बार ये जेल जा चुके हैं। ठीक है जी। जो परवेज़ जेडू नामी शख्स है, इसका ये एक साकब बेटा है और इसका एक भतीजा जो जवेद है, ये पुलिस मुकाबले पे मुलज़म रह चुके हैं। अच्छा, ये बिल्कुल झूठ पे ये बात कर रहे हैं कि जी हमारी भैंसें चोरी होगी। इनकी भैंसें चोरी हुई हैं, इसमें कोई शक नहीं है, लेकिन उन्होंने तो उसकी FIR भी मुतलका थाने में दर्ज करवाई हुई है। तो अच्छा। ये वहाँ पुलिस को इतला करते हैं कि हमें इन पे शक है, वहाँ तफ्तीश हो जाती है, अगर वो गुनाहगार होते तो चलान हो जाते। पुलिस का काम है, इनका तो काम नहीं है। इन्होंने तो रंज यही रखा है, लेकिन उन पर तशद्दुद इसने ऐसे किया है कि ये जी हम इतने बड़े बदमाश हैं तो आप लोगों ने हमारी भैंसें चोरी कर ली, हालांकि ऐसी बात ही नहीं है। वो इनको हलफ भी देता रहा, जो मौके पे गवाह बताते हैं, जो मुलजमान साथ वाले बताते हैं, उसने तो अपना हलफ भी दिया इनको कि मेरा तो इससे कोई तल्लक नहीं है, लेकिन ये फिर भी जालिम जो है इतना मारते रहे, वो बेचारा मर गया। ठीक है। अच्छा, अब इसमें कितने मुलजमान, टोटल 5 आपकी हिरासत में हैं, पुलिस की हिरासत में हैं, कितने और लोग हैं जिनको गिरफ्तार करना है? जी 5 मुलजमान हमने पकड़ लिए हैं जो बरमान है, 2 मुलजमान और हैं। एक तो ये साकब का वालिद जो परवेज़ जेडू है, और एक और आरफ नामी, वो उधर का ही रहने वाला है, वो भी बासर आदमी है, उस पर भी हम लगे हुए हैं और भागा हुआ है वो। ठीक है। ठीक है, उस पर लगे हुए हैं, इंशाल्लाह उसको भी पकड़ेंगे। अच्छा, जो मकतूल है उसका रिश्तेदार कोई इसमें मुकदमे में मुद्दई है? कौन पैरवी कर रहा है? उसका क्योंकि भाई है, वो भी एक आटे की चक्की पे काम करता है, मजदूर बहुत गरीब गरीब है, और अच्छा। हासलपुर के ये रहने वाले हैं। ये यहाँ तक क्या है कि ये हमारे पास आने के लिए भी इनके लिए मुश्किलात है, लेकिन अल्हम्दुलिल्लाह हम जितना हमारे वसाइल हैं उनमें रहते हुए इनकी हम मदद भी कर रहे हैं, और इस केस को भी हम इंशाल्लाह आगे सजा तक लेके जाएंगे। ये आपने बात सुनी जी अफजाल डोगर साहब की, जिनका ये कहना था कि जो मकतूल है वो एक इंतहाई गरीब आदमी था, उसके लवाहिकीन और उसका भाई जो इस मुकदमे में मुद्दई है वो भी मेहनत मजदूरी करके अपना और अपने बच्चों का पेट पालता है। नाहक मारा, और ख़ुद भी वो हाफ़िज़ कुरान था, उसके बच्चे भी हाफ़िज़ कुरान है, और ये जो मुलज़मान हैं ये आदी मुजरिम हैं, मंशियात फ़रोख्त करते हैं। मंशियात फ़रोख्त करने वालों में इनका बड़ा नाम है अपने इलाके में। पुलिस मुकाबले के भी मुकदमात इन पर हैं, पहले भी कई मरतबा जेल जा चुके हैं। एक नाहक और एक मज़लूम आदमी पर इस कदर ज़्यादा तशद्दुद करते हैं कि वो इनका तशद्दुद बर्दाश्त ना करते हुए जान की बाजी हार जाता है। लेकिन CIA कैंट ने इन मुलज़मान को पकड़ा, ना सिर्फ इन मुलज़मान को पकड़ा बल्कि जिस चीज़ से, जिन आलात से उसको तशद्दुद करते रहे वो भी बरामद कर लिए गए, और एतराफ़ भी करते हैं पुलिस की हिरासत में कि उन्होंने मारा, उन्होंने उस पर तशद्दुद किया, जिसके नतीजे में मकतूल ज़िंदा ना रह सका। हाफिज रियाज कत्ल केस में जो CIA कैंट ने कार्रवाई की, उसके आईओ हैं हमारे साथ सैयद नदीम अब्बास साहब। इन्होंने इन्वेस्टिगेशन की, मुलज़मान को भी गिरफ़्तार किया। इस मुकदमे में क्या कुछ हुआ, इनके पास केस आया, इसकी तफ्तीश क्या कहती है, मुलज़मान आदी मुजरिम भी हैं, और मुलज़मान ने कितना तशद्दुद किया और कितने जालिम साबित हुए। नदीम साहब बहुत शुक्रिया आपका। नदीम साहब बताइएगा कि मुलज़मान जो हैं वो कहते हैं कि जब हमने उस पर तशद्दुद किया तो वो तस्लीम कर गया कि उसने गाय और एक भैंस चोरी करवाई किसी से। क्या हकीकत क्या है, आपकी इन्वेस्टिगेशन क्या कहती है? जी असल में हकीकत तो ये है कि इन्होंने सीलिंग का काम देने के लिए इनको बुलाया। ठीक है। ये एक मज़दूर लोग हैं, बहावलपुर का है, कोई मुल्तान का है, ये 10 लोग थे। ठीक है। ये ले गए हैं। जब इन्होंने 10-12 दिन काम कर लिया है तो वहाँ पे उनकी एक भैंस और एक गाय चोरी हो जाती है। वो इन पे शुबा ज़ाहिर करते हैं। इनमें से एक लड़का उधर असमत काम करता है, ये जो हाफिज रियाज मकतूल है ये मुगलपुरा में ठेका लिया हुआ था, यहाँ पे काम कर रहा है। ठीक है।
वो आए, इसको अगवा करके ले गए वहाँ अपनी जगह पे, कोठी पे, बल्खे गांव में। ठीक है जी। वहाँ पे इन पे रोज़े की हालत में तशद्दुद करते रहे, क्योंकि वो मनशियात फरोश हैं और वहाँ उनका ऐसे रोब है, लोग डरते हैं, गंदे लोग हैं। कई मनशियात के इनके ऊपर FIR है। इन्होंने उन पे तशद्दुद शुरू किया है। वो चोर हैं ही नहीं, उनका सारा ख़ानदान हमने चेक किया है, उनमें से एक बंदे पे भी कोई FIR नहीं है, ना ही उनका चोरी का मसला है। मकतूल के जो लवाकिन मकतूल के हैं, लवाकिन रिश्तेदार हैं, ठीक है। उनका बैकग्राउंड बहुत अच्छा है, उसके बच्चे भी हाफ़िज़ कुरान है, वो ख़ुद भी हाफ़िज़ कुरान था। उसका छोटा बच्चा 10 साल का है जो हिफ्ज़ कर चुका है और तरावियाँ पढ़ा रहा था। ये भी रोज़े की हालत में गया है, इसने कहा कि मुझसे कुरान पाक पे कसम ले लें, लेकिन वो तशद्दुद डंडों से, बेल्टों से मारते रहे। ये बेचारा पानी तक मांगता रहा, इन्होंने दिया नहीं। तशद्दुद लोग देखते रहे जैसे तमाशा होता है, कोई बंदा, किसी ने, कोई पुलिस को इतला नहीं दी और इसको तशद्दुद कर करके इन्होंने मार दिया। और उसके जिस्म पे कोई जगह बची नहीं है जहाँ पे तशद्दुद के निशानात। ठीक है। अच्छा, इन्होंने 2 लोगों को किया था जी, एक और मजदूर था असमत, ठीक है, उसको भी मारते रहे कि तुम बताओ तुमने भैंस चोरी की है। वो उसने कहा हम आपको अगर शक है हम पे, हम पैसे देने के लिए भी तैयार हैं। ठीक है। आप कुरान कहते हैं, हम कुरान पे हाथ रखने के लिए तैयार हैं कि हम चोर नहीं हैं, हमने चोर। लेकिन जब उनको पता चला कि ये मनशियात फरोश है, बेज़मीर से लोग हैं, ये हमारी कसम कहाँ मानेंगे, फिर उन्होंने कहा कि हमसे पैसे ले लें, आपकी जितनी मलियत के जानवर हैं हम देने के लिए वो भी तैयार हैं। लेकिन इन्होंने अपना, फिर वो फिर इनका एक ठेकेदार था, वो अपने बीवी बच्चों को लेके गया, इनके पाँव पड़ाया कि मेरे बच्चे बीवी इधर रख लो, और जब आपकी तसल्ली हो जाए हम तब चले जाएंगे। लेकिन बेसूद उसको मार मार के बेचारे को कत्ल कर दिया। अच्छा नदीम साहब, ये बताएं कि ऐसे लोग जो आदि मुजरिम हैं, इन पे मंशियात के भी मुकदमे हैं और पुलिस मुकाबले के भी पर्चे हैं, पुलिस वाले भी इनके जानने वाले हैं, ज़िला शेखुपुरा में सुना है पुलिस भी इनको सपोर्ट करती रही वहाँ की। ये तो मुतलका पुलिस का ही मामला है, अगर पुलिस सपोर्ट ना करे तो ये क्राइम ही ना हो। जब हमें लाहौर CIA जो है ना, हमारे SSP साहब कैप्टन लियाकत साहब का जो है और DSP साहब का, हम क्राइम पे कभी समझौता नहीं करते, चाहे मर जाएं, सारा ख़ानदान भी मर जाए, हम बिकते नहीं हैं, हम पूरा जुर्म जो है उसका साबित करते हैं और उसको काफ़िर किरदार तक पहुँचाते हैं। अच्छा नदीम साहब, जो अक्सर होता यह है कि कोई कत्ल होता है तो उसका प्रेशर होता है बहुत ज़्यादा, फिर उसके ऊपर पीछे ताकत भी लगती है और असर रसूख का भी इस्तेमाल किया जाता है, फिर वो CIA के पास केस आता है। ये तो एक आम आदमी था, मज़दूर आदमी था, तो ये केस आपके पास कैसे ट्रांसफ़र हुआ? और यकीनन उसके बच्चों की जो है वो आप दुआएं भी लेंगे और उसको नाहक मारा गया। ये इतना गरीब है, ये तो वहाँ का किराया भी अफोर्ड नहीं कर सकता। जब हमारे अफसरान को पता चला है कि ये बहुत ही गरीब है और ज़ालिमों ने इसके भाई को मार दिया, तब ये ट्रायल केस होकर हमारे पास आया। ठीक है। फिर हमने जहाँ से ये अगवा हुआ है हाफिज़ रियाज, हमने वहाँ फिर मौका मुलाजा करने के बाद जिस गाड़ी इस्तेमाल हुई है सेफ सिटी से, उस गाड़ी का सारा चेक किया है, तब हमें पता चला कि ये मुलज़िम है। ठीक है। अच्छा नदीम साहब, इसकी जो डेड बॉडी है जब वो फेंक देते हैं तो शेखुपुरा पुलिस को मिल जाती है, तो उसकी डेड बॉडी को लावारस जान के तदफीन हो जाती है। वहाँ पे वो जो थाने सफदराबाद है ना, वहाँ पे वो लावारस तशद्दुद शुदा लाश करके दफन कर देते हैं। जब ये मुलजमान पकड़े जाते हैं, मुलजमान हमारे पास रिमांड पे हैं, ये फिर इंकशाफ करते हैं कि यहाँ पे हमने मारा है इस शेखुपुरा गांव में, बल्खे में, और वहाँ जाके फेंक दिया। ठीक है। वहाँ उन्होंने लवारस करके दफन कर दी कि इसका ना कोई वारस आएगा, ना इसका कोई मामला आगे चलेगा। ठीक है। ये थी जी सैयद नदीम अब्बास जो IO थे इस केस के। CIA कैंट ने ये कार्रवाई की। मुलजमान बड़ी दीदा दिलेरी से कहते हैं कि वो चोर था, मकतूल, और उसने तशद्दुद के बाद एतराफ़ कर लिया कि उसने गाय और भैंस जो है वो चोरी करवाई थी। लेकिन दर हकीकत असल हक़ाइक़ ये हैं कि वो चोर नहीं था। उसने इनके तशद्दुद से तंग आके इनकी मारपीट जो उससे बर्दाश्त नहीं होती थी और ये कहा कि मैं आपको उस जानवरों के जो आपके चोरी हुए हैं उसके पैसे दे देता हूँ।
हलफ देता हूँ कुरान पाक पे, जो उसके सीने में महफूज भी था, हाफ़िज़ कुरान भी था, लेकिन ज़ालिमों ने उसकी एक ना सुनी। इस कदर तशद्दुद किया, इस कदर बेईमाना तशद्दुद का उसे निशाना बनाया कि वो ज़िंदा ना बच सका। जो साथी था उसको भी तशद्दुद का निशाना बनाया, और पुलिस को फिर इसने तमाम हक़ाइक़, जो साथी तशद्दुद का शिकार होने वाला था, उसने तमाम हक़ाइक़ बताए, और उसने इस बात का भी एतराफ़ किया कि वो क्यों मानता था, किस वजह से वो कहता था कि वो जानवरों की रकम जो है आपको देने को तैयार है, लेकिन उसकी जान खलासी हो जाए, उसकी जान बचे, लेकिन ऐसा ना हो सका। आज के प्रोग्राम में हमने आपको सुनाई वो जुल्म की दास्तान जिसमें एक हाफ़िज़ कुरान और 4 हाफ़िज़ कुरान का बाप उसको कैसे कत्ल किया, पुलिस ने क्या किया, मुल्ज़मान क्या कहते हैं और मौके का गवाह क्या कहता है, सब कुछ आपको दिखाया आज के इस प्रोग्राम में। नए प्रोग्राम तक के लिए मुझे दीजिए इजाज़त। अल्लाह निगहबान।